ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹਾਂਗਾ ਸਾਡੇ ਡਿਪਾਰਟਮੈਂਟ ਨੂੰ ਤੇ ਨੀਮੀ ਦੇ ਸਪੋਰਟਰ ਨੂੰ, ਜਿਹਦੇ ਵਿੱਚ ਇੱਕ ਪੰਜਾਬੀ ਚੈਨਲ ਨੂੰ ਮੌਕਾ ਮਿਲਿਆ ਕਿ ਅਸੀਂ ਆਪਣੀ ਜਿਹੜੀ ਕਲਾਸਾਂ ਹੈਗੀਆਂ ਬੱਚਿਆਂ ਨਾਲ ਸ਼ੇਅਰ ਕਰ ਸਕੀਏ। ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹਾਂਗਾ ਸ਼੍ਰੀ ਵਿਜੇਂਦਰ ਧਵਨ, ਜੋ ਪ੍ਰਿੰਸੀਪਲ ਨੇ ਆਈਟੋਟ ਲਾਲੂ ਦੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਇਸ ਕਲਾਸ ਨੂੰ ਜਿਹੜਾ ਹੈਗਾ ਬੱਚਿਆਂ ਨਾਲ ਸ਼ੇਅਰ ਕਰਾਂ। ਸੋ ਮੇਰਾ ਨਾਮ ਨਿਤੁਲ ਗਿੱਲ ਹੈਗਾ। ਮੇਰੀ ਜਿਹੜੀ ਟ੍ਰੇਡ ਹੈਗੀ ਹੈ ਮਸ਼ੀਨਿਸਟ ਟ੍ਰੇਡ ਹੈਗੀ ਹੈ। ਮੈਂ ਗਵਰਨਮੈਂਟ ITI ਪੱਸੀ ਪਠਾਣਾ ਵਿੱਚ ਹਾਂ। ਮੇਰਾ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਇੰਪਲੋਏਬਿਲਿਟੀ ਸਕਿੱਲ ਦਾ ਹੈ। ਠੀਕ ਹੈ। ਸੋ ਇੰਪਲੋਏਬਿਲਿਟੀ ਸਕਿੱਲ ਆਪਣੇ ITI ਦੇ ਸਟੂਡੈਂਟ ਵਾਸਤੇ ਬਹੁਤ ਹੀ ਜ਼ਰੂਰੀ ਹੈ, ਜਿਸ ਰਿਗਾਰਡਿੰਗ ਮੈਂ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇੰਪਲੋਏਬਿਲਿਟੀ ਸਕਿੱਲ ਜਿਹੜੀ ਹੈਗੀ ਹੈ ਉਹ ਕਿਉਂ ਜ਼ਰੂਰੀ ਹੈਗੀ ਹੈ ਅੱਜ ਦੇ ਟਾਈਮ ਦੇ ਵਿੱਚ। ਇੰਪਲੋਏਬਿਲਿਟੀ ਸਕਿੱਲ ਪਲੱਸ ਜਿਹੜੀ ਹੈ ਟੈਕਨੀਕਲ ਸਕਿੱਲ ਜਿਵੇਂ ਆਪਣੇ ITI ਦੇ ਸਟੂਡੈਂਟ ਹੈਗੇ ਆ, ਪਲੱਸ ਜਿਹੜੇ ਇੰਪਲੋਏਬਿਲਿਟੀ ਸਕਿੱਲ, ਇੱਕ ਅੱਛੀ ਇੰਪਲੋਏਬਿਲਿਟੀ ਸਕਿੱਲ, ਦੋਨਾਂ ਦਾ ਕੰਬੀਨੇਸ਼ਨ ਬਣਾ ਕੇ ਤੁਸੀਂ ਜਿਹੜਾ ਹੈਗਾ ਇੱਕ ਵਧੀਆ ਜੌਬ ਤੇ ਬਿਜ਼ਨਸ ਨੂੰ ਜਿਹੜਾ ਹੈਗਾ ਇੱਕ ਰਾਹ ਦੇ ਸਕਦੇ ਹੋ। ਇੰਪਲੋਏਬਿਲਿਟੀ ਸਕਿੱਲ, ਜਿੱਦਾਂ ਜੇ ਤੁਹਾਨੂੰ ਇੰਪਲੋਏਬਿਲਿਟੀ ਸਕਿੱਲ ਬਾਰੇ ਨਹੀਂ ਪਤਾ ਹੈ ਜਾਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਕਾਫੀ ਸਾਰੀ ਪ੍ਰੋਬਲਮਸ ਜਿਹੜੀ ਹੈਗੀ ਆ ਉਹ ਫੇਸ ਕਰਨੀ ਪੈ ਸਕਦੀ ਹੈ। ਜਿਵੇਂ ਕਿ ਤੁਹਾਡੇ ਕੋਲ ਜਿਹੜਾ ਹੈਗਾ ਕੋਈ ਇੰਟਰਵਿਊ ਦੇਣ ਜਾਂਦੇ ਹੋ ਤਾਂ ਤੁਸੀਂ ਉਸ ਇੰਟਰਵਿਊ ਨੂੰ ਕਰੈਕ ਨਹੀਂ ਕਰ ਪਾਓਗੇ ਜਦ ਤੱਕ ਤੁਹਾਡੇ ਕੋਲ ਇੰਪਲੋਏਬਿਲਿਟੀ ਸਕਿੱਲ ਦੀ ਨੌਲੇਜ ਨਹੀਂ ਹੋਊਗੀ। ਤੁਸੀਂ ਸ਼ਾਈ ਫੀਲ ਕਰਦੇ ਰਹੋਗੇ। ਠੀਕ ਹੈ। ਤੇ ਤੁਹਾਡੇ ਜਿਹੜੇ ਐਕਸਪ੍ਰੈਸ਼ਨ ਹੈਗੇ ਆ, ਜਿਹੜੇ ਤੁਸੀਂ ਤੁਹਾਡੇ ਵਿਊ ਹੈਗੇ ਆ ਉਹ ਤੁਸੀਂ ਐਕਸਪ੍ਰੈਸ ਨਹੀਂ ਕਰ ਪਾਓਗੇ। ਅਗਲੀ ਗੱਲ ਕਰਾਂਗਾ ਮੈਂ ਵੀ ਜੇ ਤੁਹਾਡੇ ਕੋਲ ਇੰਪਲੋਏਬਿਲਿਟੀ ਸਕਿੱਲ ਨਹੀਂ ਹੋਊਗੀ ਤਾਂ ਤੁਸੀਂ ਕਿਸੇ ਦੀ ਵੀ ਗੱਲ ਨੂੰ, ਅਦਰ ਪਰਸਨ ਦੀ ਗੱਲ ਨੂੰ ਜਿਹੜਾ ਹੈਗਾ ਤੁਹਾਨੂੰ ਡਿਫਿਕਲਟ ਹੋਊਗਾ ਉਹਦੀ ਗੱਲ ਨੂੰ ਜਿਹੜਾ ਅੰਡਰਸਟੈਂਡ ਕਰਨਾ, ਤੇ ਨਾ ਹੀ ਤੁਸੀਂ ਉਹਨੂੰ ਆਪਣੀ ਕੋਈ ਗੱਲ ਜਿਹੜੀ ਆ ਉਹ ਪ੍ਰੋਪਰ ਵੇ ਦੇ ਨਾਲ ਸਮਝਾ ਪਾਓਗੇ। ਠੀਕ ਹੈ। ਸੋ ਅਗਲੀ ਗੱਲ ਕਰਾਂਗੇ, ਇੰਪਲੋਏਬਿਲਿਟੀ ਸਕਿੱਲ ਦੇ ਜੇ ਨਾ ਹੋਵੇ ਤਾਂ ਤੁਸੀਂ ਜਿਹੜਾ ਹੈ ਕਿਸੇ ਵੀ ਪਰਸਨ ਦੇ ਨਾਲ ਇੰਟਰੈਕਟ ਚੰਗੀ ਤਰ੍ਹਾਂ ਨਹੀਂ ਕਰ ਪਾਓਗੇ, ਨਾ ਹੀ ਉਹਦੀ ਗੱਲ ਨੂੰ ਕੋਈ ਸਮਝ ਪਾਓਗੇ। ਠੀਕ ਹੈ। ਇਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ ਜਿਹੜਾ ਕੰਪਿਊਟਰ ਦੀ ਨੌਲੇਜ ਹੈਗੀ ਹੈ, ਜੇ ਇੰਪਲੋਏਬਿਲਿਟੀ ਸਕਿੱਲ ਦੇ ਵਿੱਚ ਜੇ ਤੁਹਾਡੇ ਕੋਲ ਕੰਪਿਊਟਰ ਦੀ ਨੌਲੇਜ ਨਾ ਹੋਈ ਤਾਂ ਤੁਸੀਂ ਅੱਗੇ ਨਹੀਂ ਵੱਧ ਪਾਓਗੇ। ਜੇ ਤੁਹਾਡੀ ਇੰਗਲਿਸ਼ ਬੋਲਣ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਨਹੀਂ ਨੌਲੇਜ ਹੈਗੀ ਆ ਤਾਂ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਇੱਕ ਜਿਹੜਾ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ। ਠੀਕ ਹੈ। ਸੋ ਇਸ ਕਰਕੇ ਜਿਹੜੀ ਹੈਗੀ ਆ ਇੰਪਲੋਏਬਿਲਿਟੀ ਸਕਿੱਲ ਆਪਣੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਟੈਕਨੀਕਲ ਸਕਿੱਲ ਦੇ ਨਾਲ ਨਾਲ। ਠੀਕ ਹੈ। ਸੋ ਜਿੱਦਾਂ ਕਿ ਤੁਸੀਂ ਅੱਜ ਦੇ ਟਾਈਮ 'ਚ ਦੇਖ ਰਹੇ ਹੋ, ਇੰਪਲੋਏਬਿਲਿਟੀ ਸਕਿੱਲ ਕਿਉਂ ਜ਼ਰੂਰੀ ਹੈਗਾ, ਕਿਉਂਕਿ ਜਦੋਂ ਇੱਕ ਇੰਪਲੋਇਰਸ ਕਿਸੇ ਇੰਪਲੋਏ ਨੂੰ ਰੱਖਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਇੰਪਲੋਏ ਦੇ ਵਿੱਚ ਕੀ ਦੇਖਦਾ ਹੈ ਕਿ ਵੀ ਉਹ ਜਿਹੜਾ ਇੰਪਲੋਈ ਹੈਗਾ ਉਹ ਅੱਛੀ ਤਰ੍ਹਾਂ ਜਿਹੜਾ ਕਮਿਊਨੀਕੇਟ ਕਰ ਵੀ ਸਕਦਾ ਕਿਸੇ ਨਾਲ, ਕਿਸੇ ਦੀ ਗੱਲ ਨੂੰ ਸਮਝ ਵੀ ਸਕਦਾ ਹੈ ਜਾਂ ਉਸ ਆਪਣੀ ਗੱਲ ਜਿਹੜੀ ਹੈ ਸਮਝਾ ਵੀ ਸਕਦਾ ਹੈ। ਠੀਕ ਹੈ। ਤੇ ਉਹ ਜਿਹੜਾ ਆਪਣੀ ਕੈਰੀਅਰ ਦੇ ਨਾਲ ਨਾਲ ਜਿਹੜੀ ਆਪਣੇ ਜਿਹੜੀ ITI ਦੀ ਨੌਲੇਜ ਜਾਂ ਕਿਸੇ ਪ੍ਰਕਾਰ ਦੀ ਨੌਲੇਜ ਆਪਣੇ ਕੈਰੀਅਰ ਦੇ ਰਿਗਾਰਡਿੰਗ ਉਹ ਨੌਲੇਜ ਵੀ ਰੱਖਦਾ ਹੈ, ਜਿਹਦੇ ਨਾਲ ਕਿ ਉਹ ਇੰਪਲੋਇਰਸ ਨੂੰ ਜਿਹੜਾ ਸੈਟਿਸਫਾਈਡ ਕਰ ਪਾਵੇ। ਠੀਕ ਹੈ। ਉਹ ਜਿਹੜਾ ਕੰਪਨੀ ਦੇ ਤੌਰ ਤਰੀਕਿਆਂ ਨੂੰ ਦੇ ਵਿੱਚ ਵੀ ਫਿੱਟ ਹੋ ਸਕਦਾ ਹੈ। ਠੀਕ ਹੈ। ਇਹ ਚੀਜ਼ ਜਿਹੜਾ ਇੰਪਲੋਇਰਸ ਹੈਗਾ ਆਪਣੇ ਇੰਪਲੋਏ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਲੱਭਦਾ ਹੈ, ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਮਾਹੌਲ ਕੁਝ ਹੋਰ ਸੀਗਾ ਤੇ ਇੰਪਲੋਇਰਸ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਉਹ ਸਿਰਫ ਨੌਲੇਜ ਬੇਸ ਤੇ ਸੀ। ਪਰ ਅੱਜ ਦੇ ਟਾਈਮ ਦੇ ਵਿੱਚ 21ਵੀਂ ਸਦੀ ਵਿੱਚ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ, ਪਲੱਸ ਤੁਹਾਡੇ ਸਕਿੱਲਸ ਤੇ ਐਟੀਟਿਊਡ ਵੀ ਬਹੁਤ ਜ਼ਰੂਰੀ ਹੈ। ਇਹ ਤਿੰਨਾਂ ਦਾ ਜਿਹੜਾ ਮਿਕਸਚਰ ਹੈ, ਨੌਲੇਜ, ਸਕਿੱਲਸ ਤੇ ਐਟੀਟਿਊਡ,
ਇਹ ਤਿੰਨੋਂ ਚੀਜ਼ਾਂ ਜਿਹੜਾ ਅੱਜ ਦਾ ਇੰਪਲੋਇਰਸ ਹੈਗਾ ਆਪਣੇ ਇੰਪਲੋਏ ਦੇ ਵਿੱਚ ਲੱਭਦਾ ਹੈ। ਠੀਕ ਹੈ। ਇੰਪਲੋਏਬਿਲਿਟੀ ਸਕਿੱਲ ਇੱਕ ਕੱਲਾ ਜਿਹੜਾ ਹੈ ਇੱਕ ਸਕਿੱਲ ਨਹੀਂ ਹੈਗਾ, ਇਹਦੇ ਵਿੱਚ ਜਿਹੜੇ ਕਾਫੀ ਸਾਰੇ ਸਕਿੱਲਸ ਆ ਜਾਂਦੇ ਆ, ਜਿਹਦੇ ਨਾਲ ਮੈਂ ਤੁਹਾਡੇ ਨਾਲ ਜਿਹੜੇ ਹੈ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਾਂਗਾ। ਠੀਕ ਹੈ। ਇੰਪਲੋਏਬਿਲਿਟੀ ਸਕਿੱਲ ਦੇ ਵਿੱਚ ਕੀ ਕੀ ਹੈਗਾ ਤੁਸੀਂ ਦੇਖ ਰਹੇ ਹੋ। ਇਹਦੇ ਵਿੱਚ ਆ ਜਾਂਦਾ ਬਿਹੇਵੀਅਰ ਸਕਿੱਲਸ, ਕੈਰੀਅਰ ਸਕਿੱਲਸ, ਕਮਿਊਨੀਕੇਸ਼ਨ ਸਕਿੱਲਸ, IT ਲਿਟਰੇਸੀ, ਇੰਗਲਿਸ਼ ਲਿਟਰੇਸੀ। ਠੀਕ ਹੈ। ਇਹ ਸਾਰਿਆਂ ਦਾ ਕੰਬੀਨੇਸ਼ਨ ਬਣਾ ਕੇ ਤੁਹਾਡੇ ਜਿਹੜੇ ਇੱਕ ਇੰਪਲੋਏਬਿਲਿਟੀ ਸਕਿੱਲ ਜਿਹੜੀ ਆ ਉਹ ਬਣਦੀ ਹੈ। ਠੀਕ ਹੈ। ਆਓ ਆਪਾਂ ਜਿਹੜਾ ਹੈਗਾ ਇਸ ਦੇ ਬਾਰੇ ਅੱਗੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਬਿਹੇਵੀਅਰ ਸਕਿੱਲ ਦੇ ਬਾਰੇ। ਬਿਹੇਵੀਅਰ ਸਕਿੱਲ ਕੀ ਹੁੰਦਾ ਹੈ? ਇਹ ਬਿਹੇਵੀਅਰ ਸਕਿੱਲ ਇਜ਼ ਅ ਨੈਚੁਰਲ ਸਕਿੱਲ। ਇਹ ਇੱਕ ਜਿਹੜਾ ਹੈਗਾ ਕੁਦਰਤੀ ਸਕਿੱਲ ਹੈਗਾ ਜੋ ਹਰ ਇੱਕ ਸਟੂਡੈਂਟ ਜਾਂ ਪਰਸਨ ਦੇ ਵਿੱਚ ਜਿਹੜਾ ਹੈ ਗੁੱਡ ਕਰੈਕਟਰ ਹੋਣਾ ਚਾਹੀਦਾ ਹੈ। ਠੀਕ ਹੈ। ਉਹ ਹਰ ਇੱਕ ਪਾਸੇ ਹਰ ਕਿਸੇ ਨਾਲ ਜਿਹੜਾ ਫਰੈਂਡਲੀ ਹੋਣਾ ਚਾਹੀਦਾ ਹੈ। ਠੀਕ ਹੈ। ਤੇ ਹਰ ਇੱਕ ਮਾਹੌਲ ਦੇ ਵਿੱਚ ਕੋਈ ਵੀ ਉਹਦੇ ਅੱਗੇ ਮਾਹੌਲ ਆ ਜਾਏ ਉਹਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਆਪਣੇ ਆਪ ਨੂੰ ਐਡਜਸਟ ਕਰਨ ਵਾਲਾ ਹੋਣਾ ਚਾਹੀਦਾ ਹੈ। ਠੀਕ ਹੈ। ਇੱਕ ਉਹਦੇ ਵਿੱਚ ਮੈਚਿਓਰਿਟੀ ਹੋਣੀ ਚਾਹੀਦੀ ਹੈ ਜੋ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਨੂੰ ਤੁਸੀਂ ਫੇਸ ਕਰ ਸਕਦੇ ਹੋ। ਇੱਕ ਆਪਣਾ ਜਿਹੜਾ ਹੈਗਾ ਡਿਸਿਪਲਿਨ ਹੋਣਾ ਚਾਹੀਦਾ ਹੈ। ਡਿਸਿਪਲਿਨ ਕਿਉਂ ਜ਼ਰੂਰੀ ਹੈਗਾ ਕਿ ਕੋਈ ਵੀ ਸਿਚੁਏਸ਼ਨ ਤੁਹਾਡੇ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਹਾਈਪਰ ਨਹੀਂ ਹੋਣਾ, ਉਹਨੂੰ ਇੱਕ ਡਿਸਿਪਲਿਨ ਤੇ ਕਾਮ ਤਰੀਕੇ ਨਾਲ ਜਿਹੜਾ ਹੈਗਾ ਅੱਗੇ ਕੰਮ ਉਹਨੂੰ ਵਧਾਉਣਾ ਹੈ। ਮੰਨ ਲਓ ਤੁਹਾਨੂੰ ਕੋਈ ਕੰਪਨੀ ਜਿਹੜੀ ਹੈਗੀ ਹਾਇਰ ਕਰਦੀ ਹੈ ਤਾਂ ਉਹਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤਾਂ ਉਹਦੇ ਵਿੱਚ ਲੋਸ ਵੀ ਹੋ ਜਾਂਦਾ ਹੈ, ਬੈਨੀਫਿਟ ਵੀ ਹੁੰਦਾ, ਲੋਸ ਵੀ ਹੋ ਜਾਂਦਾ। ਬਟ ਜਦੋਂ ਉਸ ਕੰਪਨੀ ਨੂੰ ਲੋਸ ਹੁੰਦਾ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਓਵਰਕਮ ਕਰਦੇ ਹੋ, ਯਾਨੀ ਕਿ ਤੁਸੀਂ ਉਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਦੇ ਹੋ, ਇਹ ਤੁਹਾਡਾ ਬਿਹੇਵੀਅਰ ਸਕਿੱਲ ਦੇ ਵਿੱਚ ਆਉਂਦਾ ਹੈ। ਠੀਕ ਹੈ। ਜੇ ਤੁਸੀਂ ਆਪਣੀ ਨੌਲੇਜ ਤੋਂ ਆਊਟਡੇਟਡ ਹੋ ਗਏ, ਆਊਟਡੇਟਡ ਮਤਲਬ ਤੁਹਾਨੂੰ ਜਿਹੜੀ ਹੈ ਨੌਲੇਜ ਦੇ ਬਾਰੇ ਜਿਹੜੀ ਹੈ ਅੱਗੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਂ ਅੱਗੇ ਕੀ ਕਰਨਾ ਹੈਗਾ, ਤਾਂ ਤੁਹਾਨੂੰ ਇੱਕ ਜਿਹੜੀ ਹੈਗੀ ਸਕਿੱਲ ਜਿਹੜੀ ਹੈ ਉਹ ਸਿੱਖਣ ਦੀ ਇੱਕ ਜਿਹੜੀ ਹੈਗਾ ਇੱਛਾ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਜਿਹੜਾ ਹੈ ਅੱਗੇ ਵੱਧ ਸਕਦੇ ਹੋ। ਠੀਕ ਹੈ। ਇੱਕ ਇੰਪਲਾਇਰ ਜਿਹੜਾ ਕੀ ਡਿਮਾਂਡ ਕਰਦਾ ਹੈ ਆਪਣੇ ਜਿਹੜੇ ਇੰਪਲਾਈ ਵਾਸਤੇ, ਉਹ ਕੀ ਹੈਗਾ ਇੱਕ ਅੱਛਾ ਕਿਰਦਾਰ, ਇੱਕ ਗੁੱਡ ਕਰੈਕਟਰ ਜਿਹੜਾ ਹੈਗਾ ਉਹ ਆਪਣੇ ਜਿਹੜੇ ਇੰਪਲਾਈ ਦੇ ਵਿੱਚ ਜਿਹੜਾ ਇੰਪਲਾਇਰਸ ਉਹ ਲੱਭਦਾ ਹੈ। ਠੀਕ ਹੈ। ਉਹਦੇ ਵਿੱਚ ਇੱਕ ਪ੍ਰੋਫੈਸ਼ਨਲ ਐਟੀਕੇਟ ਹੋਣੀ ਚਾਹੀਦੀ ਹੈ, ਇੱਕ ਜਿਹੜਾ ਹੈਗਾ ਖੁਦ ਦਾ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਕਿ ਇੰਪਲਾਇਰਸ ਦੀ ਨਜ਼ਰਾਂ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਇੰਪਲੋਈ ਹੈਗਾ ਉਹ ਉਹਦੀ ਜਿਹੜੇ ਥਿੰਕਿੰਗ ਹੈਗੀ ਆ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ। ਠੀਕ ਹੈ। ਇਹ ਚੀਜ਼ ਜਿਹੜੀ ਇੰਪਲੋਇਰਸ ਆਪਣੇ ਇੰਪਲੋਏ ਦੇ ਵਿੱਚ ਜਿਹੜਾ ਹੈ ਉਹ ਲੱਭਦਾ ਹੈ। ਠੀਕ ਹੈ। ਨੈਕਸਟ ਗੱਲ ਕਰਾਂਗੇ ਆਪਾਂ, ਇਹ ਗੱਲ ਹੋ ਗਈ ਸੀ ਆਪਣੀ ਬਿਹੇਵੀਅਰ ਸਕਿੱਲ ਦੀ। ਨੈਕਸਟ ਗੱਲ ਕਰਾਂਗੇ ਆਪਾਂ ਇੰਗਲਿਸ਼ ਲਿਟਰੇਸੀ। ਹੁਣ ਇੰਗਲਿਸ਼ ਲਿਟਰੇਸੀ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਇੰਗਲਿਸ਼ ਜਿਹੜੀ ਹੈ ਸਿੱਖਣਾ ਬਹੁਤ ਜ਼ਰੂਰੀ ਹੈਗਾ। ਉਹਦੇ ਬਾਰੇ ਤੁਹਾਨੂੰ ਜਿਹੜਾ ਹੈਗਾ ਕਾਫੀ ਕੁਝ ਪਤਾ ਹੋਣਾ ਚਾਹੀਦਾ ਹੈ, ਚਾਹੇ ਤੁਸੀਂ ਉਸ ਬਾਰੇ ਉਸਨੂੰ ਜੇ ਰੀਡ ਕਰ ਰਹੇ ਹੋ ਜਾਂ ਸਪੀਕ ਕਰ ਰਹੇ ਹੋ ਜਾਂ ਰਿਟਨ ਜਾਂ ਅੰਡਰਸਟੈਂਡ, ਯਾਨੀ ਕਿ ਤੁਸੀਂ ਉਹਨੂੰ ਚਾਹੇ ਪੜ੍ਹਨਾ ਆਉਣਾ ਚਾਹੀਦਾ, ਉਹਦੇ ਬਾਰੇ ਤੁਹਾਨੂੰ ਬੋਲਣਾ ਆਉਣਾ ਚਾਹੀਦਾ, ਇੰਗਲਿਸ਼ ਬਾਰੇ ਲਿਖਣਾ ਆਉਣਾ ਚਾਹੀਦਾ ਤੇ ਸਮਝਣਾ ਆਉਣਾ ਚਾਹੀਦਾ। ਜੇ ਚੀਜ਼ਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਆ ਗਈਆਂ ਤਾਂ ਤੁਸੀਂ ਕਿਸੇ ਵੀ ਆਪਣੇ ਜਿਹੜੇ ਬਿਜ਼ਨਸ ਨੂੰ ਜਾਂ ਆਪਣੇ ਜੌਬ ਨੂੰ ਅੱਗੇ ਜਿਹੜਾ ਵਧਾ ਸਕਦੇ ਹੋ। ਠੀਕ ਹੈ। ਇਹਦੇ ਵਿੱਚ ਕੀ ਹੈਗਾ ਤੁਸੀਂ ਦੇਖਿਆ ਹੀ ਹੈ ਕਿ ਇੰਗਲਿਸ਼ ਇੱਕ ਕਾਰਪੋਰੇਟ ਵਰਲਡ ਦੇ ਵਿੱਚ ਜਿਹੜੀ ਇੱਕ ਕਾਮਨ ਲੈਂਗੁਏਜ ਹੈਗੀ ਆ ਇੰਗਲਿਸ਼, ਜੋ ਕਿ ਸਾਰਿਆਂ ਨੂੰ ਆਣੀ ਜ਼ਰੂਰੀ ਹੈਗਾ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਤੁਸੀਂ ਕੋਈ ਮੇਲ ਭੇਜਣੀ ਹੈ, ਜੇ ਕਿਸੇ ਚੀਜ਼ ਨੂੰ ਮੇਲ ਭੇਜਣੀ ਆ ਤਾਂ ਉਹਦੇ ਵਿੱਚ ਵੀ ਤੁਸੀਂ ਜਿਹੜੀ ਮੇਲ ਲਿਖਣੀ ਹੈ ਉਹ ਇੰਗਲਿਸ਼ ਦੇ ਵਿੱਚ ਹੀ ਲਿਖਣੀ ਹੈ। ਅੱਜ ਦੇ ਸਮੇਂ ਦੇ ਵਿੱਚ ਮੋਸਟਲੀ ਕੰਮ ਜਿਹੜੇ ਹੈਗੇ ਆ ਮੇਲ ਦੇ ਉੱਤੇ ਹੁੰਦੇ ਨੇ, ਇੱਕ ਦੂਸਰੇ ਨੂੰ ਮੇਲ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ। ਠੀਕ ਹੈ। ਜਿਵੇਂ ਕਿ ਇਹ ਲੋਕਡਾਊਨ ਚੱਲਦਾ ਪਿਆ, ਇਹਦੇ ਵਿੱਚ ਵੀ ਕੋਈ ਵੀ ਕੰਮ ਕਿਸੇ ਨੂੰ ਦੱਸਣਾ ਹੋਵੇ ਤਾਂ ਅਸੀਂ ਉਸਨੂੰ ਮੇਲ ਕਰ ਦਿੰਦੇ ਹਾਂ, ਮੈਸੇਜ ਕਰ ਦਿੰਦੇ ਹਾਂ। ਠੀਕ ਹੈ। ਤਾਂ ਉਹਦੇ ਵਾਸਤੇ ਵੀ ਤੁਹਾਨੂੰ ਜਿਹੜੀ ਇੰਗਲਿਸ਼ ਆਉਣੀ ਚਾਹੀਦੀ ਹੈ। ਠੀਕ ਹੈ। ਮੰਨ ਲਓ ਤੁਸੀਂ ਕੋਈ ਇੰਟਰਵਿਊ ਵਾਸਤੇ ਜਾ ਰਹੇ ਹੋ, ਇੰਟਰਵਿਊ ਦੇ ਵਿੱਚ ਵੀ ਤੁਹਾਨੂੰ ਜਿਹੜਾ
ਪ੍ਰੈਫਰੈਂਸ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਤੁਹਾਨੂੰ ਜਿਹੜਾ ਇੰਗਲਿਸ਼ ਬਾਰੇ ਪਤਾ ਨਾ ਹੋਵੇ, ਠੀਕ ਹੈ। ਕਿਉਂਕਿ ਜਦੋਂ ਤੁਹਾਨੂੰ ਇੰਗਲਿਸ਼ ਬਾਰੇ ਨਾ ਪਤਾ ਹੋਏਗਾ ਤਾਂ ਤੁਸੀਂ ਜਿਹੜਾ ਹੈਗਾ ਹੋਰ ਪਰਸਨਸ ਦੇ ਨਾਲ ਜਿਹੜਾ ਕਨੈਕਟ ਨਹੀਂ ਕਰ ਪਾਓਗੇ, ਠੀਕ ਹੈ। ਉਹਨਾਂ ਦੀ ਗੱਲਾਂ ਨੂੰ ਨਾ ਤਾਂ ਸਮਝ ਪਾਓਗੇ, ਨਾ ਹੀ ਉਹਨਾਂ ਨੂੰ ਸਮਝਾ ਪਾਓਗੇ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਆ, ਜੇ ਤੁਸੀਂ ਕੋਈ ਟੀਮ ਦੇ ਵਿੱਚ ਕੰਮ ਕਰ ਰਹੇ ਹੋ, ਠੀਕ ਹੈ, ਤਾਂ ਕਿਸੇ ਪਰਸਨ ਨੇ ਕੁਝ ਇੰਗਲਿਸ਼ ਦੇ ਵਿੱਚ ਤੁਹਾਨੂੰ ਕੁਝ ਇੰਸਟਰਕਸ਼ਨਸ ਦਿੱਤੀ ਹੈ, ਨਾ ਤੁਸੀਂ ਉਸ ਇੰਸਟਰਕਸ਼ਨਸ ਨੂੰ ਪ੍ਰੋਪਰਲੀ ਸਮਝ ਪਾਓਗੇ ਤੇ ਨਾ ਹੀ ਤੁਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨ ਦੇ ਵਿੱਚ ਜਿਹੜਾ ਆਪਣੇ ਐਕਸਪ੍ਰੈਸ਼ਨ ਨੂੰ ਜਿਹੜਾ ਹੈਗਾ ਉਹ ਸਮਝਾ ਪਾਓਗੇ, ਠੀਕ ਹੈ। ਇਸ ਕਰਕੇ ਜਿਹੜਾ ਹੈਗਾ ਇੰਗਲਿਸ਼ ਸਿੱਖਣੀ ਬਹੁਤ ਜ਼ਰੂਰੀ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਾਂਗੇ ਕਮਿਊਨੀਕੇਸ਼ਨ ਸਕਿੱਲਸ ਬਾਰੇ। ਕਮਿਊਨੀਕੇਸ਼ਨ ਸਕਿੱਲ ਦੇ ਬਾਰੇ ਕਾਫੀ ਕੁਝ ਮਤਲਬ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈਗਾ। ਜਿੱਦਾਂ ਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਇੱਕ ਕਮਿਊਨੀਕੇਟ, ਕਿਸੇ ਵੀ ਪਰਸਨ ਦੇ ਨਾਲ ਕਮਿਊਨੀਕੇਟ ਹੋਣਾ ਬਹੁਤ ਜ਼ਰੂਰੀ ਹੈਗਾ, ਠੀਕ ਹੈ। ਜਿੱਦਾਂ ਆਪਾਂ ਕਿਸੇ ਵੀ ਪਰਸਨਸ ਦੇ ਨਾਲ ਗੱਲ ਕਰਦੇ ਹਾਂ ਤਾਂ ਆਪਣੇ ਕੋਲ ਕੁਝ ਜਿਹੜੇ ਆ ਆਈਡੀਆਜ਼, ਇਨਫੋਰਮੇਸ਼ਨ, ਫੀਲਿੰਗਸ, ਥੋਟ ਜਿਹੜੇ ਹੈਗੇ ਆ ਉਹ ਇੰਨੇ ਕਿ ਆਪਣੇ ਕੋਲ ਵਧੀਆ ਹੋਣੇ ਚਾਹੀਦੇ ਨੇ, ਜਿਸ ਦੇ ਨਾਲ ਆਪਾਂ ਨੈਕਸਟ ਪਰਸਨਸ ਦੇ ਨਾਲ ਜਿਹੜਾ ਗੱਲ ਕਰਕੇ ਆਪਣੇ ਜਿਹੜੇ ਵਿਊਜ਼ ਹੈਗੇ ਆ ਉਹ ਐਕਸਪ੍ਰੈਸ ਬੜੇ ਵਧੀਆ ਤਰੀਕੇ ਨਾਲ ਜਿਹੜੇ ਆ ਕਰ ਸਕਦੇ ਆ, ਠੀਕ ਹੈ। ਕਮਿਊਨੀਕੇਸ਼ਨ ਸਕਿੱਲ ਇੱਕ ਬਹੁਤ ਹੀ ਮੈਂ ਕਹਾਂਗਾ ਕਿ ਬਹੁਤ ਹੀ ਵੱਡਾ ਤੇ ਪ੍ਰੋਪਰ ਜਿਹੜਾ ਹਥਿਆਰ ਹੈਗਾ ਇਨਸਾਨ ਦਾ, ਜੋ ਕਿਸੇ ਵੀ ਕੰਮ ਨੂੰ ਜਿਹੜਾ ਕਰਨ ਦੇ ਵਿੱਚ ਜਿਹੜਾ ਤੁਹਾਨੂੰ ਸਕਸੈਸ ਦਿਵਾਉਂਦਾ ਹੈ, ਠੀਕ ਹੈ। ਕਮਿਊਨੀਕੇਸ਼ਨ ਦੇ ਵਿੱਚ ਕੀ ਹੈਗਾ ਹੈ, ਜਿਵੇਂ ਕੋਈ ਤੁਸੀਂ ਗੇਮਸ ਲੈ ਲਓ, ਗੇਮਸ ਦੇ ਵਿੱਚ ਵੀ ਜਿਵੇਂ ਕ੍ਰਿਕਟ ਲੈ ਲਓ, ਕ੍ਰਿਕਟ ਦੇ ਵਿੱਚ ਕਮਿਊਨੀਕੇਸ਼ਨ ਹੋਊਗਾ ਤਾਂ ਹੀ ਕੋਈ ਜਿਹੜਾ ਮੈਚ ਜਿੱਤ ਪਾਊਗਾ, ਠੀਕ ਹੈ। ਉੱਦਾਂ ਹੀ ਜਿੱਦਾਂ ਤੁਸੀਂ ਆਈਟੀ ਦੀ ਕਲਾਸ ਲੈਂਦੇ ਹੋ, ਠੀਕ ਹੈ, ਆਈਟੀ ਦੀ ਕਲਾਸ ਦੇ ਵਿੱਚ ਕੁਛ ਵੀ ਤੁਹਾਨੂੰ ਟੀਚਰ ਤੁਹਾਡਾ ਪੜ੍ਹਾ ਰਿਹਾ ਹੁੰਦਾ ਤਾਂ ਜਦੋਂ ਕੋਈ ਟੀਚਰ ਤੁਹਾਨੂੰ ਪੜ੍ਹਾ ਰਿਹਾ ਹੁੰਦਾ ਤਾਂ ਤੁਸੀਂ ਜੋ ਟੀਚਰ ਦਾ ਸਬਜੈਕਟ ਹੈਗਾ, ਜੋ ਸਿਲੇਬਸ ਹੈਗਾ, ਜੋ ਵੀ ਤੁਹਾਡਾ ਚੱਲ ਰਿਹਾ ਹੋਊਗਾ, ਸਬਜੈਕਟ ਚੱਲ ਰਿਹਾ ਹੋਊਗਾ, ਠੀਕ ਹੈ, ਤੁਸੀਂ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ। ਕਈ ਵਾਰੀ ਕੀ ਹੁੰਦਾ, ਹੈਜ਼ੀਟੇਟ ਹੋ ਜਾਂਦਾ ਬੰਦਾ, ਯਾਨੀ ਕਿ ਝਿਜਕ ਜਾਂਦਾ ਹੈ ਕਿ ਆਪਣੇ ਟੀਚਰ ਤੋਂ ਕੋਈ ਗੱਲ ਪੁੱਛਣ, ਠੀਕ ਹੈ। ਤਾਂ ਇਹ ਬੈਸਟ ਆਈਡੀਆ ਹੈਗਾ, ਤੁਸੀਂ ਕਮਿਊਨੀਕੇਟ ਕਰੋ ਆਪਣੇ ਨਾਲ ਦੇ ਸਟੂਡੈਂਟਸ ਦੇ ਨਾਲ, ਆਪਣੇ ਸਾਥੀਆਂ ਦੇ ਨਾਲ। ਉਹਨਾਂ ਨਾਲ ਗੱਲ ਕਰਨ 'ਚ ਤੁਹਾਨੂੰ ਕੋਈ ਵੀ ਜਿਹੜਾ ਹੈਗਾ ਤੁਸੀਂ ਫੀਲ ਜਿਹੜਾ ਸ਼ਾਈ ਫੀਲ ਨਹੀਂ ਕਰੋਗੇ, ਠੀਕ ਹੈ। ਦੂਸਰਾ ਕੀ ਹੈ, ਤੁਸੀਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਕੇ ਆਪਣੇ ਟੀਚਰ ਨੂੰ ਦੱਸ ਸਕੋਗੇ ਕਿ ਸਰ ਜੀ ਸਾਨੂੰ ਇਹ ਵਾਲੀ ਚੀਜ਼ ਸਮਝ ਨਹੀਂ ਆਈ, ਠੀਕ ਹੈ। ਇਹ ਬੈਸਟ ਤਰੀਕਾ ਹੈਗਾ ਕਮਿਊਨੀਕੇਸ਼ਨ ਸਕਿੱਲ ਦਾ, ਜੋ ਕਿ ਇੱਕ ਸਟੂਡੈਂਟ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈਗਾ, ਠੀਕ ਹੈ। ਮੰਨ ਲਓ ਤੁਸੀਂ ਇੱਕ ਬਿਜ਼ਨਸ ਵਿੱਚ ਹੋ, ਠੀਕ ਹੈ, ਤੁਸੀਂ ਆਪਣਾ ਕੋਈ ਬਿਜ਼ਨਸ ਚਲਾਉਣਾ ਹੈ, ਠੀਕ ਹੈ। ਜੇ ਤੁਸੀਂ ਆਪਣਾ ਜਿਹੜਾ ਡੀਲ ਹੈਗੀ ਆ ਉਸ ਨੂੰ ਤਰੀਕੇ ਨਾਲ ਜਿਹੜਾ ਹੈਗਾ ਐਕਸਪ੍ਰੈਸ ਨਹੀਂ ਕਰ ਪਾ ਰਹੇ ਹੋ ਤਾਂ ਤੁਹਾਡੀ ਜਿਹੜੀ ਡੀਲ ਹੈ ਉਹ ਜਿਹੜਾ ਅਗਲਾ ਪਰਸਨ ਹੈ ਉਹ ਨਹੀਂ ਅਸੈਪਟ ਕਰੂਗਾ, ਕਿਉਂਕਿ ਉਹਨੂੰ ਇੱਕ ਪ੍ਰੋਪਰ ਵੇ ਦੇ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਬਿਜ਼ਨਸ ਜਿਹੜਾ ਐਕਸਪ੍ਰੈਸ ਨਹੀਂ ਕੀਤਾ, ਠੀਕ ਹੈ। ਉਸਨੂੰ ਉਹ ਕੁਆਲਿਟੀ ਨਹੀਂ ਮਿਲੀ, ਠੀਕ ਹੈ, ਉਹ ਪੋਜ਼ਿਟਿਵਿਟੀ ਉਹਨੂੰ ਨਹੀਂ ਮਿਲੀ, ਜਿਸ ਕਰਕੇ ਤੁਸੀਂ ਜਿਹੜਾ ਆਪਣਾ ਬਿਜ਼ਨਸ ਜਿਹੜਾ ਅੱਗੇ ਨਹੀਂ ਚਲਾ ਪਾਓਗੇ, ਠੀਕ ਹੈ। ਇਸ ਕਰਕੇ ਤੁਸੀਂ ਜਿੱਦਾਂ ਦੇਖ ਰਹੇ ਹੋ, ਠੀਕ ਹੈ, ਇਸ ਕਰਕੇ ਤੁਸੀਂ ਉਸ ਪਰਸਨਸ ਨਾਲ ਜਿਹਦੇ ਨਾਲ ਤੁਸੀਂ ਕੰਟੈਕਟ ਕਰਨਾ ਹੈ, ਕਮਿਊਨੀਕੇਸ਼ਨ ਕਰਨੀ ਹੈ, ਠੀਕ ਹੈ, ਉਸ ਪਰਸਨ ਨਾਲ ਤੁਸੀਂ ਇਸ ਤਰੀਕੇ ਦਾ, ਇਸ ਬਿਹੇਵ ਦੇ ਨਾਲ ਗੱਲ ਕਰਨਾ ਹੈ, ਇੱਕ ਐਜ ਏ ਐਟੀਟਿਊਡ ਨਾਲ ਗੱਲ ਕਰਨਾ ਹੈ ਕਿ ਵੀ ਉਹ ਤੁਹਾਡੀ ਗੱਲਾਂ ਦੇ ਵਿੱਚ ਆ ਜਾਵੇ, ਠੀਕ ਹੈ। ਯਾਨੀ ਕਿ ਉਹਨੂੰ ਤੁਹਾਡੇ ਵਿੱਚੋਂ ਜਿਹੜੀ ਹੈ ਪੋਜ਼ਿਟਿਵ ਵਾਈਬਸ ਮਿਲੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੋਬਾਈਲ ਦੇ ਵਿੱਚ ਇੱਕ ਪਿਕ ਬਣੀ ਹੋਈ ਹੈ, ਸ਼ਰਟ ਦੀ ਪਿਕ ਬਣੀ ਹੋਈ ਹੈ, ਠੀਕ ਹੈ। ਤਾਂ ਤੁਸੀਂ ਇੱਕ ਬਿਜ਼ਨਸ ਦੇ ਵਿੱਚੋਂ ਤਾਂ ਤੁਸੀਂ ਉਸ ਮੋਬਾਈਲ ਦੀ ਐਪ ਦੇ ਜ਼ਰੀਏ ਤੁਸੀਂ ਕੁਝ ਇੱਦਾਂ ਦਾ ਜਿਹੜਾ ਮਟੀਰੀਅਲ ਉਹਦੇ ਵਿੱਚ ਫਿੱਟ ਕਰਕੇ ਦੂਸਰੇ ਪਰਸਨ ਨੂੰ ਜਿਹੜਾ ਹੈਗਾ ਕਮਿਊਨੀਕੇਟ ਕਰੋਗੇ, ਠੀਕ ਹੈ, ਜਿਹਦੇ ਨਾਲ ਕਿ ਉਹਨੂੰ ਉਹ ਚੀਜ਼ ਪਸੰਦ ਆ ਜਾਊਗੀ, ਠੀਕ ਹੈ। ਇਹ ਵੀ ਇੱਕ ਬਹੁਤ ਵਧੀਆ ਕਮਿਊਨੀਕੇਟ ਕਰਨ ਦਾ ਜ਼ਰੀਆ ਹੈਗਾ। ਜਿਵੇਂ ਕਿ ਤੁਸੀਂ ਦੇਖਦੇ ਹੋ ਆਨਲਾਈਨ ਜਿਹੜੀ ਹੈ ਸ਼ਾਪਿੰਗ ਹੁੰਦੀ ਹੈ, ਠੀਕ ਹੈ, ਉਸ 'ਚ ਕਾਫੀ ਹੈ ਜੀ ਅਟਰੈਕਟਿਵ ਚੀਜ਼ਾਂ ਜਿਹੜੀ ਹੈਗੀ ਦਿਖਾਈ ਜਾਂਦੀਆਂ ਨੇ, ਜਿਹਦੇ ਨਾਲ ਕੀ ਹੈ ਕਾਫੀ ਪਰਸਨਸ ਜਿਹੜੇ ਆ ਆਨਲਾਈਨ ਪ੍ਰੋਡਕਟ ਨੂੰ ਘਰੇ ਬੈਠੇ ਜਿਹੜੇ ਆ ਮੰਗਾ ਲੈਂਦੇ ਆ, ਠੀਕ ਹੈ। ਇਹ ਵੀ ਇੱਕ ਬਹੁਤ ਵਧੀਆ ਜਿਹੜਾ ਕਮਿਊਨੀਕੇਟ ਦਾ ਜਿਹੜਾ ਹੈਗਾ ਜ਼ਰੀਆ ਹੈਗਾ, ਠੀਕ ਹੈ। ਸੋ ਤੁਹਾਡਾ ਜਿਹੜਾ ਕਮਿਊਨੀਕੇਟ ਦਾ ਜਿਹੜਾ ਤਰੀਕਾ ਹੈਗਾ ਉਹ ਇੰਨਾ ਕਾ ਸਟਰੋਂਗ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਜਿਹੜਾ ਤੁਸੀਂ ਬਿਲਕੁਲ ਜਿਹੜਾ ਆਪਣਾ ਸਕਸੈਸ ਜਿਹੜਾ ਕਿਸੇ ਵੀ ਜੋਬ ਜਾਂ ਫਿਰ ਆਪਣੇ ਬਿਜ਼ਨਸ ਦੇ ਵਿੱਚ
ਪਾ ਸਕਦੇ ਹੋ। ਠੀਕ ਹੈ, ਨੈਕਸਟ ਗੱਲ ਕਰਾਂਗੇ ਆਪਾਂ IT ਲਿਟਰੇਸੀ। ਲਿਟਰੇਸੀ ਕਿਆ ਹੁੰਦਾ ਹੈਗਾ, ਮੰਨ ਲਓ ਕਿ ਤੁਹਾਨੂੰ ਜਿਹੜਾ ਕਿਸੇ ਕੰਪਿਊਟਰ ਦੀ ਨੌਲੇਜ, ਕੋਈ ਕੰਪਿਊਟਰ ਦੀ ਨੌਲੇਜ ਹੋਗੀ, ਕੋਈ ਮੋਬਾਈਲ ਦੀ ਨੌਲੇਜ ਹੋਗੀ ਆ, ਉਹ ਕੰਪਿਊਟਰ ਬਾਰੇ ਤੁਹਾਨੂੰ ਜਿਹੜਾ ਹੈਗਾ ਪਤਾ ਹੋਣਾ ਚਾਹੀਦਾ ਹੈ ਕਿ ਵੀ ਤੁਸੀਂ ਜਿਹੜਾ ਹੈ ਕੰਪਿਊਟਰ ਵਿੱਚ ਕੀ ਜਿਹੜਾ ਕੰਮ ਕਰ ਸਕਦੇ ਹੋ ਵਿਦ ਦੀ ਹੈਲਪ ਆਫ ਇੰਟਰਨੈਟ। ਠੀਕ ਹੈ, ਜਾਂ ਤੁਸੀਂ ਮੋਬਾਈਲ ਯੂਜ਼ ਕਰਕੇ, ਠੀਕ ਹੈ, ਜਿੱਦਾਂ ਮੈਂ ਪਿੱਛੇ ਦਿਖਾਇਆ ਤੁਹਾਨੂੰ ਦੱਸਿਆ ਸੀਗਾ ਐਗਜ਼ਾਮਪਲ ਕਿ ਮੋਬਾਈਲ ਯੂਜ਼ ਕਰਕੇ ਤੁਸੀਂ ਆਪਣਾ ਕੋਈ ਵੀ ਪ੍ਰੋਡਕਟ ਹੈਗਾ ਉਸਨੂੰ ਕਿੱਦਾਂ ਜਿਹੜਾ ਹੈ ਨੈਕਸਟ ਪਰਸਨ ਨੂੰ ਜਿਹੜਾ ਤੁਸੀਂ ਆਪਣਾ ਸੇਲਸ ਕਰ ਸਕਦੇ ਹੋ ਤੇ ਉਹਦੇ ਵਿੱਚ ਆਪਣੀ ਜਿਹੜੀ ਕਾਮਯਾਬੀ ਪਾ ਸਕਦੇ ਹੋ। ਇਹ ਬਹੁਤ ਹੀ ਸੌਖਾ ਤੇ ਮਜ਼ੇਦਾਰ ਜਿਹੜਾ ਹੈਗਾ ਤਰੀਕਾ ਹੈਗਾ ਜਿਹੜਾ ਕਿ ਆਪਾਂ ਪੜਾਂਗੇ। ਠੀਕ ਹੈ, ਜਿੱਦਾਂ ਕਿ ਤੁਸੀਂ ਜਾਣਦੇ ਹੋ ਅੱਜ ਦੇ ਟਾਈਮ ਦੇ ਵਿੱਚ ਲੇਟੈਸਟ ਟੈਕਨੋਲੋਜੀਜ਼ ਆ ਗਈਆਂ। ਠੀਕ ਹੈ, ਬਹੁਤ ਸਾਰੀ ਲੇਟੈਸਟ ਟੈਕਨੋਲੋਜੀਜ਼ ਆ ਗਈਆਂ ਡਿਜੀਟਲ। ਠੀਕ ਹੈ, ਜਿਹਨੂੰ ਜਾਣਨਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈਗਾ। ਠੀਕ ਹੈ, ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਕੰਪਿਊਟਰ ਇੱਕ ਐਜੀ ਜਿਹੜੀ ਹੈ ਵਿਵਸਥਾ ਬਣ ਗਈ ਹੈਗੀ ਆ ਜੋ ਕਿ ਹਰ ਇੱਕ ਵੱਡੀ ਇੰਡਸਟਰੀ ਦੇ ਵਿੱਚ ਹੁੰਦੀ ਹੈ। ਠੀਕ ਹੈ, ਹਰ ਇੱਕ ਆਫਿਸ ਦੇ ਵਿੱਚ ਹੁੰਦੀ ਹੈ। ਠੀਕ ਹੈ, ਸਾਰਾ ਕੰਮ ਜਿਹੜਾ ਹੈ ਕੰਪਿਊਟਰ ਰਾਹੀਂ ਹੀ ਹੁੰਦਾ ਪਿਆ। ਜਿਵੇਂ ਹੁਣ ਆਪਣੀ ਜਿਹੜੀ ਕਲਾਸਿਸ ਹੈਗੀ ਆ, ਆਨਲਾਈਨ ਕਲਾਸਿਸ ਚੱਲਦੀ ਪਈਆਂ। ਠੀਕ ਹੈ, ਇਹ ਵੀ ਇੱਕ ਜ਼ਰੀਆ ਹੈਗਾ ਜਿਹਦੇ ਨਾਲ ਕਿ ਮੈਂ ਤੁਹਾਨੂੰ ਜਿਹੜਾ ਇੱਕ ਕੰਪਿਊਟਰ ਦੇ ਜ਼ਰੀਏ, ਇੱਕ ਨਵੀਂ ਟੈਕਨੋਲੋਜੀ ਦੇ ਜ਼ਰੀਏ ਤੁਹਾਨੂੰ ਜਿਹੜੀ ਹੈਗੀ ਆ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ। ਤਾਂ ਹਰ ਇੱਕ ਨੌਲੇਜ ਤੁਹਾਨੂੰ ਜਿਹੜੇ ਕੰਪਿਊਟਰ ਦੇ ਰਿਗਾਰਡਿੰਗ ਉਹ ਤੁਹਾਨੂੰ ਜਿਹੜੀ ਹੈ ਇੰਪਲੋਏਬਿਲਿਟੀ ਸਕਿੱਲ ਦੇ ਵਿੱਚ ਪੜ੍ਹਨ 'ਚ ਮਿਲੂਗੀ। ਠੀਕ ਹੈ, ਇਹਦੇ ਨਾਲ ਤੁਸੀਂ ਜਿਹੜਾ ਆਪਣੀ ਲਾਈਫ ਦੇ ਵਿੱਚ ਹੋਰ ਅੱਗੇ ਜਿਹੜਾ ਆਪਣੇ ਆਪ ਨੂੰ ਜਿਹੜਾ ਅਪਡੇਟ ਕਰਕੇ ਅੱਗੇ ਵੱਧ ਸਕਦੇ ਹੋ। ਠੀਕ ਹੈ, ਮੰਨ ਲਓ ਤੁਸੀਂ ਜਿਹੜਾ ਕਿਸੇ ਕੰਪਨੀ ਵਿੱਚ ਜਾਂਦੇ ਹੋ ਜਾਂ ਕੋਈ ਵੀ ਤੁਸੀਂ ਜਿੱਦਾਂ ਕੋਈ ਤੁਸੀਂ ਰਿਜ਼ਿਊਮ ਬਣਾਉਣਾ ਹੈ ਤਾਂ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਸ ਚੀਜ਼ ਦੇ ਉੱਪਰ ਆਪਣਾ ਫਾਈਲ ਖੋਦਾਂਗਾ ਤੇ ਉਹਦੇ ਵਿੱਚ ਆਪਣੀ ਜਿਹੜੀ ਹੈਗੇ ਰਿਜ਼ਿਊਮ ਜਿਹੜਾ ਆਪਣਾ ਖੁਦ ਦਾ ਜਿਹੜਾ ਇਫੈਕਟਿਵ ਰਿਜ਼ਿਊਮ ਤਿਆਰ ਕਰ ਸਕਾਂਗਾ। ਠੀਕ ਹੈ, ਜਿਵੇਂ ਕੋਈ ਆਨਲਾਈਨ ਟ੍ਰਾਂਜੈਕਸ਼ਨ ਹੋਗੀ, ਇਹ ਵੀ ਇੱਕ ਜਿਹੜਾ ਹੈਗਾ ਨਿਊ ਟੈਕਨੋਲੋਜੀ ਦਾ ਹਿੱਸਾ ਹੈਗਾ। ਆਨਲਾਈਨ ਪੇਮੈਂਟਸ ਹੋ ਗਈ, ਬਿੱਲ ਵਗੈਰਾ ਹੋ ਗਏ, ਇਹ ਸਾਰੇ ਤੁਸੀਂ ਜਿਹੜੇ ਆ ਆਨਲਾਈਨ ਟ੍ਰਾਂਜੈਕਸ਼ਨ ਨਾਲ ਕਰ ਸਕਦੇ ਹੋ। ਠੀਕ ਹੈ, ਤੁਸੀਂ ਆਪਣਾ ਰਿਜ਼ਿਊਮ ਬਣਾਇਆ, ਰਿਜ਼ਿਊਮ ਬਣਾ ਕੇ ਇੱਕ ਵਧੀਆ ਇਫੈਕਟਿਵ ਰਿਜ਼ਿਊਮ ਬਣਾ ਕੇ ਆਪਣੇ ਖੁਦ ਦਾ ਉਹ ਤੁਸੀਂ ਜਿਹੜਾ ਹੈਗਾ ਕਿਸੇ ਵੀ ਵਧੀਆ ਕੰਪਨੀ ਦੇ ਵਿੱਚ ਡਿਫਰੈਂਟ ਕੰਪਨੀ ਦੇ ਵਿੱਚ ਸੈਂਡ ਕਰੋਗੇ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਜਿਹੜਾ ਹੈਗਾ ਉਹਦੇ ਵਿੱਚ ਸਿਲੈਕਟ ਜ਼ਰੂਰ ਕੀਤਾ ਜਾਊਗਾ ਵਿਦ ਦੀ ਹੈਲਪ ਆਫ ਯੂਅਰ ਰਿਜ਼ਿਊਮ ਦੀ ਸਹਾਇਤਾ ਨਾਲ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਐਕਸਪ੍ਰੈਸ ਕਰ ਸਕਦੇ ਹੋ ਇੱਕ ਵਧੀਆ ਢੰਗ ਦੇ ਨਾਲ, ਜਿਹਦੇ ਨਾਲ ਤੁਹਾਨੂੰ ਜਿਹੜਾ ਕੰਪਨੀ ਹੈ ਖੁਦ ਜਿਹੜੇ ਕਾਲ ਕਰਕੇ ਆਪਣੇ ਕੋਲ ਜਿਹੜਾ ਹੈਗਾ ਤੁਹਾਡੇ ਇੰਟਰਵਿਊ ਵਾਸਤੇ ਬੁਲਾਊਗੀ। ਠੀਕ ਹੈ, ਤੇ ਇੰਟਰਵਿਊ ਦੇ ਨਾਲ ਜੇ ਤੁਹਾਡਾ ਕਮਿਊਨੀਕੇਸ਼ਨ ਇੰਨਾ ਕੁ ਵਧੀਆ ਹੋਇਆ, ਠੀਕ ਹੈ, ਇੰਨਾ ਕੁ ਵਧੀਆ ਤੁਸੀਂ ਕਮਿਊਨੀਕੇਟ ਕਰ ਪਾਓਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਕੰਪਨੀ ਤੁਹਾਨੂੰ ਜਿਹੜੀ ਹੈ ਰੱਖਣ ਤੋਂ ਇਨਕਾਰ ਕਰ ਸਕਦੀ ਹੈ। ਠੀਕ ਹੈ, ਸੋ ਜਿੱਦਾਂ ਕਿ ਫੋਨ ਹੋ ਗਿਆ, ਠੀਕ ਹੈ, ਫੋਨ ਦੇ ਵਿੱਚ ਵੀ ਇੰਨੀ ਕੀ ਐਪਲੀਕੇਸ਼ਨਸ ਆ ਗਈਆਂ ਨੇ ਕਿ ਜਿਹਦੇ ਨਾਲ ਤੁਸੀਂ ਕੋਈ ਵੀ ਕੰਮ ਜਿਹੜਾ ਹੈ ਆਸਾਨੀ ਨਾਲ ਕਰ ਸਕਦੇ ਹੋ। ਠੀਕ ਹੈ, ਕਦੇ ਵੀ ਤੁਹਾਨੂੰ ਫ੍ਰੀ ਟਾਈਮ ਮਿਲਦਾ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣਾ ਮੋਬਾਈਲ ਹੀ ਚੱਕਦੇ ਹੋ। ਆਮ ਸ਼ੋਰ ਸਾਰਿਆਂ ਕੋਲ ਮੋਬਾਈਲ ਐਂਡਰੋਇਡ ਫੋਨ ਹੈਗੇ ਆ। ਠੀਕ ਹੈ, ਕੁਛ ਨੂੰ ਛੱਡ ਕੇ ਸਾਰੇ ਕੋਲ ਐਂਡਰੋਇਡ ਫੋਨ ਹੈਗੇ ਆ। ਉਸ 'ਚ ਕਈ ਹੈ ਜੀ ਜਿਹੜੇ ਲੇਟੈਸਟ ਸਕਿੱਲਸ ਹੈਗੇ ਆ ਜੋ ਕਿ ਤੁਹਾਨੂੰ ਸਿੱਖਣ ਨੂੰ ਮਿਲਦੇ ਆ। ਠੀਕ ਹੈ, ਜਿਵੇਂ ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਯੂਟਿਊਬ ਹੋ ਗਿਆ, ਇੱਦਾਂ ਦੇ ਸੋਸ਼ਲ ਮੀਡੀਆ ਨਾਲ ਤੁਸੀਂ ਇੰਟਰੈਕਸ਼ਨ ਵੀ ਕਰ ਸਕਦੇ ਹੋ, ਜਿਹਦੇ ਨਾਲ ਕਿ ਤੁਹਾਨੂੰ ਜਿਹੜਾ ਹੈ ਹੋਰ ਨੌਲੇਜ ਮਿਲਦੀ ਹੈਗੀ ਹੈ ਮਤਲਬ ਵਰਲਡ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈਗਾ। ਠੀਕ ਹੈ, ਕਾਫੀ ਤੁਸੀਂ ਦੇਖਦੇ ਹੋ ਫੇਸਬੁੱਕ ਤੇ ਵੀਡੀਓਜ਼ ਆਉਂਦੀ ਹੈ ਹਰ ਇੱਕ ਮਤਲਬ ਕੰਟਰੀ ਦੀ, ਹਰ ਇੱਕ ਸਟੇਟ ਦੀ। ਠੀਕ ਹੈ, ਉਹਦੇ ਬਾਰੇ ਵੀ ਤੁਸੀਂ ਨੌਲੇਜ ਲੈ ਸਕਦੇ ਹੋ, ਕੁਛ ਆਪਣੇ ਵਿਊਜ਼ ਵਗੈਰਾ ਕੁਛ ਸ਼ੇਅਰ ਕਰ ਸਕਦੇ ਹੋ, ਕੁਛ ਆਪਣੀ ਵੀਡੀਓ ਜਿਵੇਂ ਅਪਲੋਡ ਕਰਕੇ, ਠੀਕ ਹੈ, ਤੁਸੀਂ ਕੰਪਿਊਟਰ ਰਾਹੀਂ ਹੈ ਕਿਸੇ ਵੀ ਪਰਸਨ ਨੂੰ ਜਿਹੜਾ ਹੈ ਆਪਣਾ ਕੋਈ ਵੀ ਮੈਸੇਜ ਦੇ ਸਕਦੇ ਹੋ। ਠੀਕ ਹੈ, ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਹੜਾ ਲੋਕਡਾਊਨ ਪੀਰੀਅਡ ਚੱਲਦਾ ਪਿਆ, ਕੋਈ ਵੀ ਤੁਸੀਂ ਆਪਣੀ ਵੀਡੀਓ ਬਣਾਓ, ਵੀਡੀਓ ਬਣਾ ਕੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਨ ਦਾ ਲੋਕਡਾਊਨ ਪੀਰੀਅਡ ਵੀ, ਇਹਦੇ ਵਿੱਚ ਤੁਹਾਡਾ ਤੁਸੀਂ ਇੱਕ ਚੀਜ਼ ਦੇਖੋਗੇ ਕਿ ਇੱਕ ਸੋਸ਼ਲ ਡਿਸਟੈਂਸ ਬਣਿਆ ਰਹੂਗਾ ਤੇ ਦੂਸਰੀ ਗੱਲ ਹੈਗੀ ਆ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਆਲ ਓਵਰ ਵਰਲਡ ਦੇ ਵਿੱਚ ਜਿਹੜਾ ਤੁਸੀਂ ਆਪਣਾ ਸੈਂਡ ਕਰ ਸਕਦੇ ਹੋ। ਠੀਕ ਹੈ,
ਇਹ ਚੀਜ਼ ਆ ਗਈ ਆਪਣੇ IT ਲਿਟਰੇਸੀ ਦੇ ਵਿੱਚ, ਠੀਕ ਹੈ। ਸੋ ਐਦਾਂ ਹੀ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਜਿਹੜੀ ਹੈਗੀ ਮੇਲ ਜਿਹੜੀ ਹੈ ਕਰਨੀ ਆਣੀ ਚਾਹੀਦੀ ਹੈ, ਠੀਕ ਹੈ। ਮੇਲ ਬਹੁਤ ਜ਼ਰੂਰੀ ਹੈਗੀ ਆ ਅੱਜ ਦੇ ਟਾਈਮ 'ਚ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਤੁਹਾਨੂੰ ਜਿਹੜਾ ਮੇਲ ਦੇ ਵਿੱਚ ਇਨਬੌਕਸ ਚੈੱਕ ਕਰਨਾ ਆਉਣਾ ਚਾਹੀਦਾ, ਠੀਕ ਹੈ। ਉਹਦੇ ਜਿਹੜੇ ਮਤਲਬ ਕੋਈ ਮੇਲ ਭੇਜਣੀ ਹੈ ਜਾਂ ਕੋਈ ਕੰਪੋਜ਼ ਕਰਨੀ ਹੈ, ਕੋਈ ਵੀ ਤੁਹਾਡੀ ਜਿਹੜੀ ਮੇਲ ਹੈਗੀ ਆ ਉਸ ਨੂੰ ਲਿਖਣਾ ਆਉਣਾ ਚਾਹੀਦਾ। ਇਸਦੇ ਵਿੱਚ ਜਿਹੜੀ ਹੈਗੀ ਇੰਗਲਿਸ਼ ਵੀ ਤੁਹਾਡੀ ਬਹੁਤ ਜ਼ਰੂਰੀ ਹੈਗੀ ਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇੰਗਲਿਸ਼ ਦੇ ਵਿੱਚ ਹੀ ਤੁਸੀਂ ਜਿਹੜਾ ਟਾਈਪ ਕਰਕੇ ਆਪਣੀ ਜਿਹੜੀ ਹੈਗੀ ਆ ਕੋਈ ਵੀ ਜਿਹੜਾ ਮੈਸੇਜ ਹੈ ਅੱਗੇ ਭੇਜ ਸਕਦੇ ਹੋ, ਠੀਕ ਹੈ। ਇਹ ਜਿਹੜੀ ਹੈਗੀ ਆਪਣੇ ਵਿੱਚ ਸੌਰੀ ਇਹ ਜਿਹੜੀ IT ਲਿਟਰੇਸੀ ਦੇ ਵਿੱਚ ਜਿਹੜਾ ਹੈਗਾ ਆਪਣੇ ਕੋਲ ਇਹ ਆਉਂਦਾ ਹੈਗਾ, ਠੀਕ ਹੈ। ਉੱਦਾਂ ਹੀ ਆਫਿਸ ਦਾ ਇੱਕ ਪੈਕ ਆਉਂਦਾ ਆਪਣੇ ਕੋਲ ਜਿਹਦੇ ਵਿੱਚ ਵਰਲਡ, ਠੀਕ ਹੈ, ਪਾਵਰ ਪੁਆਇੰਟ ਹੈਗਾ, ਐਕਸਲ ਸ਼ੀਟ ਹੈਗੀ ਹੈ। ਇਹ ਸਾਰੀ ਚੀਜ਼ਾਂ ਤੁਹਾਨੂੰ ਜਿਹੜੀ ਹੈ IT ਲਿਟਰੇਸੀ ਦੇ ਵਿੱਚ ਆਣੀ ਚਾਹੀਦੀ ਹੈ। ਇਹ ਮਤਲਬ ਅੱਜ ਦਾ ਜਿਹੜਾ ਜ਼ਰੀਆ ਹੈਗਾ ਅੱਗੇ ਵਧਣ ਦਾ ਬਹੁਤ ਹੀ ਵਧੀਆ ਤਰੀਕਾ ਹੈਗਾ, ਠੀਕ ਹੈ। ਨੈਕਸਟ ਗੱਲ ਕਰਾਂਗੇ ਆਪਾਂ ਕੈਰੀਅਰ ਸਕਿੱਲਸ ਦੀ। ਹੁਣ ਕੈਰੀਅਰ ਸਕਿੱਲਸ ਕਿਆ ਹੁੰਦੇ ਆ, ਠੀਕ ਹੈ। ਹੁਣ ਮੰਨ ਲਓ ਆਪਣੇ ਕੋਲ ਇੱਕ ਐਗਜ਼ਾਮਪਲ ਹੈਗਾ, ਠੀਕ ਹੈ, ਜੋ ਕਿ ਤੁਹਾਡੇ ਬੁੱਕਸ ਦੇ ਵਿੱਚ ਵੀ ਦਿੱਤਾ ਹੁੰਦਾ, ਠੀਕ ਹੈ। ਇੱਕ ਰਮੀਲਾ ਨਾਮ ਦੀ ਲੇਡੀ ਹੈਗੀ ਆ, ਉਸ ਨੂੰ ਇੱਕ ਕੰਪਨੀ ਨੇ ਹਾਇਰ ਕੀਤਾ, ਇੱਕ ਕੰਪਨੀ ਨੇ AC ਇੰਸਟਾਲੇਸ਼ਨ ਕੰਪਨੀ ਨੇ ਹਾਇਰ ਕੀਤਾ, ਠੀਕ ਹੈ। ਉਸ ਤੋਂ ਬਾਅਦ ਕਿਸੇ ਕਸਟਮਰ ਦੀ ਕਾਲ ਆ ਜਾਂਦੀ ਕਿ ਉਹਨਾਂ ਦੇ AC ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਜਿਹੜਾ ਸੋਲਵ ਕਰਕੇ ਆਓ, ਠੀਕ ਹੈ। ਤਾਂ ਕੰਪਨੀ ਦਾ ਜਿਹੜਾ ਇੰਪਲੋਇਰ ਹੈਗਾ, ਠੀਕ ਹੈ, ਇੰਪਲੋਇਰ ਜਿਹੜਾ ਹੈਗਾ ਰਮੀਲਾ ਨੂੰ, ਸੁਪਰਵਾਈਜ਼ਰ ਜਿਹੜਾ ਹੈਗਾ ਉਹ ਰਮੀਲਾ ਨੂੰ ਭੇਜਦਾ ਹੈਗਾ ਵੀ ਜਾਓ ਤੁਸੀਂ ਜਾ ਕੇ ਕੰਪਿਊਟਰ ਦੀ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਆਓ ਕਿ ਕੀ ਉਸ AC ਦੇ ਵਿੱਚ ਪ੍ਰੋਬਲਮ ਹੈਗੀ ਆ। ਸੋ ਉਹਨੂੰ ਇਹ ਟਾਸਕ ਦਿੱਤਾ ਜਾਂਦਾ ਹੈ, ਤਾਂ ਉਹਦੇ ਵਿੱਚ ਕੀ ਹੈ ਆਪਾਂ ਦੇਖਦੇ ਹਾਂ ਉਸ ਟਾਸਕ ਨੂੰ ਉਹ ਕਿਸ ਤਰ੍ਹਾਂ ਕਵਰ ਕਰਦੀ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ, ਠੀਕ ਹੈ, ਰਮੀਲਾ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਕਮਿਊਨੀਕੇਟ ਕਰਨਾ ਪੈਣਾ ਕਸਟਮਰ ਦੇ ਨਾਲ, ਠੀਕ ਹੈ। ਉਹਦੀ ਜਿਹੜੀ ਹੈਗੀ ਕਸਟਮਰ ਦੇ ਨਾਲ ਉਹਨੂੰ ਜਿਹੜੀ ਗੱਲਬਾਤ ਕਰਕੇ ਹੀ ਸਮਝਣਾ ਪੈਣਾ ਕਿ ਵੀ AC ਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ, ਵਿਦਆਊਟ ਐਨੀ ਜਿਹੜਾ ਐਗਰਨੈਸ, ਯਾਨੀ ਕਿ ਕੋਈ ਵੀ ਜਿਹੜੀ ਹੈ ਡਿਫਿਕਲਟੀ ਤੋਂ ਬਗੈਰ। ਤੇ ਇੱਕ ਅੱਛੀ ਗੱਲਬਾਤ ਕਰਕੇ ਉਹਨੂੰ ਪ੍ਰੋਪਰ ਵੇ ਦੇ ਨਾਲ ਜਿਹੜਾ ਕਸਟਮਰ ਨੂੰ ਪੁੱਛਣਾ ਪੈਣਾ ਕਿ ਵੀ ਤੁਹਾਡੇ ਜਿਹੜੇ AC ਦੇ ਵਿੱਚ ਕੀ ਪ੍ਰੋਬਲਮ ਹੈ, ਠੀਕ ਹੈ। ਉਸ ਨੂੰ ਜਿਹੜਾ ਹੈ ਅਸਰਟਿਵ ਰਹਿਣਾ ਚਾਹੀਦਾ। ਅਸਰਟਿਵ ਮੀਨਸ ਕਿ ਵੀ ਕੌਨਫੀਡੈਂਟ ਰਹਿਣਾ ਚਾਹੀਦਾ ਹੈ ਕਿ ਵੀ AC ਦੇ ਵਿੱਚ ਜੇ ਉਹ ਪਤਾ ਲਾ ਲੈਂਦੀ ਹੈ ਕਿ AC ਦੇ ਵਿੱਚ ਕੀ ਪ੍ਰੋਬਲਮ ਹੈਗੀ ਆ ਤਾਂ ਉਸ ਨੂੰ ਜਿਹੜਾ ਕੌਨਫੀਡੈਂਟਲੀ ਜਿਹੜਾ ਹੈਗਾ ਕਸਟਮਰ ਨੂੰ ਦੱਸਣਾ ਪੈਣਾ ਕਿ ਇਹਦੇ ਵਿੱਚ ਇਸ ਚੀਜ਼ ਦੀ ਜਿਹੜੀ ਹੈਗੀ ਪ੍ਰੋਬਲਮ ਹੈਗੀ ਆ। ਤੇ ਉਹਦੇ ਜਿਹੜੇ ਚਾਰजेस ਵਗੈਰਾ ਹੈਗੇ ਆ ਉਹ ਵੀ ਜਿਹੜੇ ਆ ਉਸ ਨੂੰ ਜਿਹੜਾ ਕੌਨਫੀਡੈਂਟਲੀ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਕਸਟਮਰ ਨੂੰ ਦੱਸਣਾ ਪੈਣਾ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਵੀ ਕਸਟਮਰ ਕਹਿ ਦਿੰਦਾ ਹੈਗਾ, ਮੋਸਟਲੀ ਹੁੰਦਾ ਹੈ ਵੀ ਕਸਟਮਰ ਕਹਿ ਦਿੰਦਾ ਹੈ ਕਿ ਵੀ ਨਹੀਂ ਤੁਸੀਂ ਜਿਹੜੇ ਹੈਗੇ ਆ ਆਪਣੇ AC ਦੇ ਜਿਹੜੇ ਚਾਰजेस ਹੈ ਉਹ ਜ਼ਿਆਦਾ ਮੰਗ ਰਹੇ ਹੋ, ਬਲਕਿ ਇੱਦਾਂ ਕੁਛ ਨਹੀਂ ਹੈਗਾ ਵੀ ਇਹਦੇ ਵਿੱਚ ਤਾਂ ਘੱਟ ਪੈਸੇ ਲੱਗਣੇ। ਤਾਂ ਉਹਨਾਂ ਨੂੰ ਤੁਸੀਂ ਬਿਲਕੁਲ ਆਰਾਮ ਕਾਲਮ ਹੋ ਕੇ ਬਿਲਕੁਲ ਆਰਾਮ ਦੇ ਨਾਲ ਜਿਹੜਾ ਕੰਪਨੀ ਦੇ ਨੋਰਮਸ ਦੇ ਨਾਲ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਸਮਝਾਉਣਾ ਹੈ ਕਿ ਵੀ ਨਹੀਂ ਵੀ ਇਹਦੇ ਚਾਰजेस ਜਿਹੜੇ ਆ ਇਸ ਤਰੀਕੇ ਨਾਲ ਹੀ ਹੁੰਦੇ ਆ, ਠੀਕ ਹੈ। ਤੁਹਾਨੂੰ ਜਿਹੜੇ ਇਹਦੀ ਪੇਮੈਂਟ ਜਿਹੜੀ ਆ ਉਹ ਕਰਨੀ ਪੈਂਦੀ। ਆਈ ਐਮ ਸ਼ੋਰ ਕਿ ਵੀ ਜਿਹੜੀ ਹੈਗੀ ਰਮੀਲਾ ਦੀ ਗੱਲ ਨੂੰ ਜਿਹੜਾ ਉਹ ਟਾਲੂਗਾ ਨਹੀਂ ਜੇ ਉਹ ਕੌਨਫੀਡੈਂਟ ਆਪਣੀ ਗੱਲ ਤੇ ਰਹੇਗਾ, ਠੀਕ ਹੈ। ਸੋ ਅਗਲੀ ਗੱਲ ਕਰਾਂਗੇ, ਉਹਦੇ ਵਿੱਚ ਜਿਹੜੇ ਇੱਕ ਟੈਕਨੀਕਲ ਸਕਿੱਲ ਵੀ ਹੋਣੇ ਚਾਹੀਦੇ ਹੈ ਜੋ ਕਿ ਉਹ AC ਨੂੰ ਜਿਹੜਾ ਹੈ ਅੱਛੀ ਤਰ੍ਹਾਂ ਜਿਹੜਾ ਹੈਗਾ ਉਹਦੀ ਜਿਹੜੀ ਪ੍ਰੋਬਲਮ ਨੂੰ ਉਹ ਸੋਲਵ ਕਰ ਸਕੇ, ਠੀਕ ਹੈ। ਸੋ ਇੱਕ ਟੈਕਨੀਕਲ ਸਕਿੱਲ ਹੋਣ ਦੇ ਨਾਲ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਹੈਗੇ ਆ AC ਦੀ ਜਿਹੜੀ ਹੈ ਰਿਪੇਅਰਿੰਗ ਵਾਸਤੇ ਜਿਹੜਾ ਉਹ ਕਸਟਮਰ ਨੂੰ ਪ੍ਰੋਪਰ ਵੇ ਦੇ ਨਾਲ ਦੱਸ ਸਕੇ, ਠੀਕ ਹੈ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜੇ ਹੈਗੇ ਆ ਰਮੀਲਾ ਦੇ ਵਿੱਚ ਜਿਹੜੇ ਹੈਗੇ ਗੁੱਡ IT ਸਕਿੱਲਸ ਹੋਣੇ ਚਾਹੀਦੇ ਆ। IT ਸਕਿੱਲਸ ਮੈਂ ਦੱਸਿਆ ਜਿਵੇਂ ਉਹਨੂੰ ਮੋਬਾਈਲ ਚੰਗੀ ਤਰ੍ਹਾਂ ਆਉਣਾ ਚਾਹੀਦਾ, ਕੰਪਿਊਟਰ ਚੰਗੀ ਤਰ੍ਹਾਂ ਆਉਣਾ ਚਾਹੀਦਾ। ਤਾਂ ਉਹਦੇ ਵਿੱਚ ਕੀ ਆ ਤੁਸੀਂ ਆਪਣੇ ਜਿਹੜਾ ਮੋਬਾਈਲ ਤੋਂ ਜਿਹੜਾ ਰਮੀਲਾ ਨੇ ਆਪਣੇ ਜਿਹੜੇ ਫੋਟੋ ਖਿੱਚ ਕੇ ਜੋ ਵੀ ਜੇ ਉਹਨੂੰ ਕਿਤੇ ਪ੍ਰੋਬਲਮ ਆਉਂਦੀ ਕਿ ਵੀ ਨਹੀਂ ਵੀ ਉਸ ਤੋਂ ਪ੍ਰੋਬਲਮ ਨਹੀਂ ਸੋਲਵ ਹੋ ਪਾ ਰਹੀ ਹੈ, AC ਬਾਰੇ ਉਹਨੂੰ ਨਹੀਂ ਪਤਾ ਲੱਗ ਰਿਹਾ ਕਿ ਵੀ ਕਿੱਥੋਂ ਪ੍ਰੋਬਲਮ ਹੈ, ਤਾਂ ਉਹ AC ਦੇ ਡੈਮੇਜ ਪਾਰਟ ਦੀ ਜਿਹੜੀ ਆ ਫੋਟੋ ਖਿੱਚ ਕੇ ਆਪਣੇ ਸੁਪਰਵਾਈਜ਼ਰ ਨੂੰ ਭੇਜ ਸਕਦੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਜਦੋਂ ਉਹਨੇ ਰਿਪੋਰਟ ਭੇਜਣੀ ਹੈ
ਜਦੋਂ ਉਸਨੇ ਇਹ ਸਾਰਾ ਡਿਟੇਲ ਚੈੱਕ ਕਰ ਲਿਆ ਏਸੀ ਦੀ ਕਿ ਵੀ ਉਸ 'ਚ ਕੀ ਪ੍ਰੋਬਲਮ ਹੈਗੀ ਆ ਤੇ ਕਿੱਥੇ ਉਹਨੂੰ ਸੋਲਵ ਕੀਤਾ ਜਾ ਸਕਦਾ, ਤਾਂ ਉਹਦੇ ਲਈ ਫਿਰ ਉਸਨੂੰ ਆਪਣੀ ਇੱਕ ਰਿਪੋਰਟ ਭੇਜਣੀ ਪੈਂਦੀ ਹੈ ਆਪਣੇ ਸੁਪਰਵਾਈਜ਼ਰ ਨੂੰ, ਜਿਹਦੇ ਨਾਲ ਕਿ ਉਹ ਈਮੇਲ ਰਾਹੀਂ ਕਮਿਊਨੀਕੇਟ ਕਰੂਗੀ ਆਪਣੇ ਜਿਹੜੇ ਸੁਪਰਵਾਈਜ਼ਰ ਨੂੰ ਇੱਕ ਐਕਸਲ ਸ਼ੀਟ ਦੇ ਉੱਤੇ ਸਾਰੀ ਡਿਟੇਲ ਭਰ ਕੇ। ਠੀਕ ਹੈ, ਸੋ ਇਹ 5 ਪੁਆਇੰਟ ਜਿਹੜੇ ਤੁਸੀਂ ਦੇਖ ਰਹੇ ਹੋ, ਠੀਕ ਹੈ, ਇਹ ਸਾਰੇ ਕਵਰ ਕਰਦੇ ਆਪਣੇ ਬਿਹੇਵੀਅਰ ਨੂੰ, ਬਿਹੇਵੀਅਰ ਸਕਿੱਲ ਨੂੰ, ਕੈਰੀਅਰ ਸਕਿੱਲ ਨੂੰ। ਠੀਕ ਹੈ, ਉਸ ਤੋਂ ਬਾਅਦ ਆਈਟੀ ਲਿਟਰੇਸੀ, ਇੰਗਲਿਸ਼ ਲਿਟਰੇਸੀ, ਠੀਕ ਹੈ, ਤੇ ਆਪਣੇ ਜਿਹੜੇ ਹੈ ਕਮਿਊਨੀਕੇਟਿਵ ਜਿਹੜੀ ਹੈ ਸਕਿੱਲਸ ਨੂੰ। ਠੀਕ ਹੈ, ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੇ ਪੰਜੋ ਚੀਜ਼ਾਂ ਤੁਸੀਂ ਵੀ ਆਪਣੇ ਅਪਲਾਈ ਕਰਦੇ ਹੋ, ਕਿਤੇ ਵੀ ਤੁਸੀਂ ਵਰਕ ਕਰਦੇ ਹੋ, ਇਸ ਚੀਜ਼ ਨੂੰ ਅਪਲਾਈ ਕਰ ਲੈਂਦੇ ਹੋ, ਤਾਂ ਵੀ ਮੈਨੂੰ ਸ਼ੋਰ ਹੈਗਾ ਕਿ ਵੀ ਤੁਸੀਂ ਜਿਹੜਾ ਹੈ ਇੱਕ ਰਮੀਲਾ ਦੀ ਤਰ੍ਹਾਂ ਟੈਕਨੀਕਲ ਸਕਿੱਲ ਦੇ ਨਾਲ ਨਾਲ ਇੰਪਲੋਏਬਿਲਿਟੀ ਸਕਿੱਲ ਨਾਲ ਮਿਲਾ ਕੇ ਤੁਸੀਂ ਜਿਹੜਾ ਆਪਣੇ ਕਸਟਮਰ ਨੂੰ ਜਿਹੜਾ ਹੈਗਾ ਸੈਟੀਸਫਾਈਡ ਕਰ ਸਕਦਾ। ਇਸ ਕਰਕੇ ਜਿਹੜਾ ਤੁਸੀਂ ਟੈਕਨੀਕਲ ਦੇ ਨਾਲ ਨਾਲ ਟੈਕਨੀਕਲ ਸਕਿੱਲਸ ਦੇ ਨਾਲ ਨਾਲ ਤੁਹਾਡੀ ਇੰਪਲੋਏਬਿਲਿਟੀ ਸਕਿੱਲ ਜਿਹੜੀ ਹੋਣੀ ਹੈ ਉਹ ਬਹੁਤ ਜ਼ਰੂਰੀ ਹੈ, ਜਿਸ ਨਾਲ ਤੁਸੀਂ ਜਿਹੜਾ ਅੱਗੇ ਕਿਤੇ ਵੀ ਆਪਣਾ ਸਕਸੈਸ ਪਾ ਸਕਦੇ ਹੋ। ਠੀਕ ਹੈ, ਇਹ ਜਿਹੜੇ ਕੁਝ ਪੁਆਇੰਟ ਸੀਗੇ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ। ਠੀਕ ਹੈ, ਹੁਣ ਅੱਗੇ ਆਪਾਂ ਗੱਲ ਕਰਾਂਗੇ। ਲੈਟ ਅਸ ਡਿਸਕਸ ਟਿਪਸ ਐਂਡ ਟ੍ਰਿਕਸ ਟੂ ਇੰਪਰੂਵ ਥੀਸ ਸਕਿੱਲਸ। ਤੁਹਾਡੇ ਜਿਹੜੇ ਇਸ ਸਕਿੱਲ ਨੂੰ ਇੰਪਰੂਵ ਕਰਨ ਵਾਸਤੇ ਕੁਝ ਟਿਪਸ ਤੇ ਟ੍ਰਿਕਸ ਹੈਗੇ ਆ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਜਿਸ ਨੂੰ ਤੁਸੀਂ ਆਪਣੇ ਲਾਈਫ ਦੇ ਵਿੱਚ ਯੂਜ਼ ਕਰੋਗੇ ਤਾਂ ਮੈਨੂੰ ਪਤਾ ਹੈਗਾ ਕਿ ਆਈ ਐਮ ਸ਼ੋਰ ਕਿ ਤੁਸੀਂ ਜਿਹੜਾ ਆਪਣੇ ਲਾਈਫ ਦੇ ਵਿੱਚ ਜਿਹੜਾ ਸਕਸੈਸ ਪਾ ਸਕੋਗੇ। ਠੀਕ ਹੈ, ਉਸ ਦੇ ਵਾਸਤੇ ਆਪਾਂ ਗੱਲ ਕਰਦੇ ਹਾਂ। ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਟਾਸਕ ਦੇਣਾ ਚਾਹੁੰਦਾ, ਸਾਰੇ ਬੱਚਿਆਂ ਨੂੰ ਪਲੀਜ਼ ਨੋਟ ਕਰ ਲਓ ਇਸ ਨੂੰ, ਜੇ ਕੋਈ ਨੋਟ ਕਰਨਾ ਚਾਹੁੰਦਾ ਤਾਂ। ਇਹ ਇੱਕ 5 ਜਾਂ 7 ਮਿੰਟ ਦਾ ਟਾਸਕ ਹੈਗਾ। ਠੀਕ ਹੈ, ਇਸ ਵਿੱਚ ਤੁਸੀਂ ਇਹ ਦੇਖਣਾ ਹੈ, ਤੁਸੀਂ ਇਹ ਆਇਡੈਂਟੀਫਾਈ ਕਰਨਾ ਹੈ ਆਪਣੇ ਆਪ ਨੂੰ, ਇਹ ਆਇਡੈਂਟੀਫਾਈ ਕਰਨਾ ਹੈ। ਤੁਸੀਂ 2 ਕਾਲਮ ਬਣਾ ਲੈਣੇ ਆ, ਲੈਫਟ ਸਾਈਡ ਤੇ ਰਾਈਟ ਸਾਈਡ ਤੇ। ਲੈਫਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਵੀ ਤੁਹਾਡੇ ਕੋਲ ਕੀ ਸਕਿੱਲ ਹੈਗੇ ਨੇ, ਕਿਸ ਸਕਿੱਲ ਦੇ ਵਿੱਚ ਤੁਸੀਂ ਜਿਹੜੇ ਹੈਗੇ ਵਧੀਆ ਕੰਮ ਕਰ ਸਕਦੇ ਹੋ। ਠੀਕ ਹੈ, ਉਸ ਸਕਿੱਲ ਨੂੰ ਤੁਸੀਂ ਜਿਹੜਾ ਹੈਗਾ ਲੈਫਟ ਸਾਈਡ ਤੇ ਨੋਟ ਕਰ ਲੈਣੇ ਆ ਕਿ ਤੁਹਾਡੇ ਵਿੱਚ ਇਹ ਸਕਿੱਲ ਹੈਗੇ ਆ, ਤਾਂ ਤੁਸੀਂ ਇਹ ਚੀਜ਼ ਜਿਹੜੀ ਹੈ ਪ੍ਰੋਪਰ ਵੇ ਦੇ ਨਾਲ ਕਰ ਸਕਦੇ ਹੋ। ਠੀਕ ਹੈ, ਰਾਈਟ ਕਾਲਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਹੈਗੇ ਆ ਸਕਿੱਲਸ ਦੈਟ ਨੀਡਸ ਇੰਪਰੂਵਮੈਂਟ। ਤੁਸੀਂ ਉਸ ਸਕਿੱਲ ਦੇ ਉੱਤੇ ਵਰਕ ਕਰਨਾ ਹੈਗਾ, ਉਸ ਸਕਿੱਲ ਦੇ ਉੱਤੇ ਕੰਮ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਇੰਪਰੂਵਮੈਂਟ ਲਿਆਉਣਾ ਚਾਹੁੰਦੇ ਹੋ। ਮੰਨ ਲਓ ਤੁਹਾਡੀ ਆਈਟੀ ਦੀ ਗੱਲ ਕਰ ਲੈਂਦੇ ਆ, ਤੁਹਾਨੂੰ ਕੋਈ ਵੀ ਸਬਜੈਕਟ ਜਾਂ ਕੋਈ ਲੈਸਨ, ਠੀਕ ਹੈ, ਉਹਦੇ ਉੱਤੇ ਤੁਸੀਂ ਉਸ ਨੂੰ ਤੁਹਾਡੇ ਟੀਚਰ ਪੜ੍ਹਾ ਰਹੇ ਨੇ। ਠੀਕ ਹੈ, ਉਸ ਚੀਜ਼ ਨੂੰ ਤੁਸੀਂ ਸਮਝ ਨਹੀਂ ਲੱਗਦਾ ਤਾਂ ਤੁਸੀਂ ਉਸ ਚੀਜ਼ ਨੂੰ ਆਪਣੇ ਕਾਪੀ ਦੇ ਉੱਤੇ ਰਾਈਟ ਕਰ ਲਓ ਕਿ ਵੀ ਇਹ ਵਾਲਾ ਪੁਆਇੰਟ ਜਿਹੜਾ ਮੈਨੂੰ ਸਮਝ ਨਹੀਂ ਲੱਗਾ। ਇਨ ਦੀ ਐਂਡ ਕਲਾਸ ਦੇ ਐਂਡ ਹੋਣ ਤੋਂ ਬਾਅਦ ਤੁਸੀਂ ਉਸ ਸਵਾਲ ਨੂੰ ਜਿਹੜਾ ਹੈਗਾ ਆਪਣੇ ਟੀਚਰ ਦੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਸਰ ਜੀ ਮੈਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝ ਨਹੀਂ ਲੱਗੀ ਹੈ। ਤਾਂ ਡੈਮ ਸ਼ੋਰ ਕਿ ਇਹ 2 ਟ੍ਰਿਕਸ ਦੇ ਨਾਲ ਤੁਸੀਂ ਜਿਹੜਾ ਆਪਣੇ ਆਪ ਨੂੰ ਇੱਕ ਬੈਟਰ ਜਿਹੜਾ ਆਇਡੈਂਟੀਫਾਈ ਕਰ ਲਓਗੇ ਕਿ ਤੁਹਾਡੇ ਵਿੱਚ ਕੀ ਕਮੀਆਂ ਨੇ, ਤਾਂ ਤੁਸੀਂ ਕਿਹਦੇ ਵਿੱਚ ਜਿਹੜੇ ਹੈਗੇ ਵਧੀਆ ਹੈਗੇ ਹੋ, ਤਾਂ ਤੁਸੀਂ ਅੱਗੇ ਜਿਹੜਾ ਸਕਸੈਸ ਕਿਸੇ ਜੌਬ ਜਾਂ ਫਿਰ ਕਿਸੇ ਬਿਜ਼ਨਸ ਦੇ ਵਿੱਚ ਪਾ ਸਕਦੇ ਹੋ। ਠੀਕ ਹੈ, ਸੋ ਫੋਕਸ ਕਰੋ ਇਸ ਚੀਜ਼ ਨੂੰ ਕਿ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਆਇਡੈਂਟੀਫਾਈ ਕਰਨਾ ਹੈ। ਠੀਕ ਹੈ, ਇਸ ਚੀਜ਼ ਨੂੰ ਜਦੋਂ ਤੁਸੀਂ ਇਸ ਚੀਜ਼ ਦੇ ਉੱਤੇ ਫੋਕਸ ਕਰਦੇ ਹੋ, ਸਿਰਫ 5 ਜਾਂ 7 ਮਿੰਟ ਲੱਗਣਗੇ, ਇਸ ਤੋਂ ਜ਼ਿਆਦਾ ਨਹੀਂ ਲੱਗਣਗੇ। ਜੇ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਫੋਕਸ ਕੀਤਾ ਤਾਂ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ। ਅੱਜ ਤੋਂ ਹੀ ਤੁਸੀਂ ਆਪਣੇ ਆਪ ਨੂੰ ਜਿਹੜਾ ਇੰਪਰੂਵ ਕਰ ਸਕਦੇ ਹੋ, ਆਪਣੇ ਆਪ ਨੂੰ ਆਇਡੈਂਟੀਫਾਈ ਕਰ ਸਕਦੇ ਹੋ। ਠੀਕ ਹੈ, ਵੀ ਤੁਸੀਂ ਜਿਹੜਾ ਹੈ ਜੇ ਤੁਸੀਂ ਇਸ ਚੀਜ਼ ਨੂੰ ਆਇਡੈਂਟੀਫਾਈ ਕਰ ਲਿਆ ਤਾਂ ਤੁਸੀਂ, ਮੈਨੂੰ ਸ਼ੋਰ ਹੈਗਾ ਕਿ ਤੁਸੀਂ ਜਿਹੜਾ ਆਪਣੀ ਜੌਬ ਨੂੰ ਜਿਹੜਾ ਹੈਗਾ ਆਸਾਨੀ ਨਾਲ ਜਿਹੜਾ ਹੈਗਾ ਉਹ ਲੈ ਸਕਦੇ ਹੋ ਅਤੇ ਆਪਣੇ ਜਿਹੜੇ ਹੈਗੇ ਆ ਬਿਜ਼ਨਸ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਅੱਗੇ ਰਨ ਕਰ ਸਕਦੇ ਹੋ। ਠੀਕ ਹੈ, ਜਿੱਦਾਂ ਤੁਸੀਂ ਕਮਿਊਨੀਕੇਟਿਵ ਦੀ ਮੈਂ ਸਕਿੱਲਸ ਦੀ ਗੱਲ ਕੀਤੀ ਸੀਗੀ, ਕਮਿਊਨੀਕੇਟਿਵ ਸਕਿੱਲ ਦੀ ਗੱਲ ਕੀਤੀ ਸੀਗੀ, ਉਸ ਦੇ ਵਿੱਚ ਕੀ ਸੀਗਾ, ਕਮਿਊਨੀਕੇਸ਼ਨ ਦੇ ਵਿੱਚ ਸੀਗਾ ਕਿ ਮੰਨ ਲਓ ਤੁਸੀਂ ਇੱਕ ਆਪਣਾ ਬਿਜ਼ਨਸ ਓਪਨ ਕਰਿਆ। ਠੀਕ ਹੈ, ਮੋਸਟਲੀ ਤੁਸੀਂ ਦੇਖਦੇ ਹੋ ਕਿ ਸ਼ਾਪਸ ਦੇ ਵਿੱਚ 2 ਸ਼ਾਪਸ ਹੁੰਦੀਆਂ, ਇੱਕੋ ਹੀ ਉਹਨਾਂ ਕੋਲ ਮਟੀਰੀਅਲ ਹੁੰਦਾ। ਜੇ ਲੈਫਟ ਸਾਈਡ ਸ਼ਾਪ ਦੇ ਵਿੱਚ ਉਹੀ ਮਟੀਰੀਅਲ ਤਾਂ ਰਾਈਟ ਸਾਈਡ ਦੇ ਵਿੱਚ ਵੀ ਉਹੀ ਮਟੀਰੀਅਲ ਪਿਆ ਹੁੰਦਾ।
ਬਟ ਕਈ ਵਾਰੀ ਕੀ ਹੁੰਦਾ ਹੈ, ਕਸਟਮਰ ਜਿਹੜਾ ਹੈਗਾ ਕਿਸੇ ਇੱਕ ਕੋਲ ਹੀ ਜਾਂਦਾ ਹੈ, ਉਹ ਦੋ ਕੋਲ ਤਾਂ ਜਾਂਦਾ ਨਹੀਂ ਹੈਗਾ, ਸਿਰਫ ਇੱਕ ਕੋਲ ਜਾਂਦਾ ਹੈਗਾ। ਉਹ ਕਿਉਂ ਜਾਂਦਾ ਹੈਗਾ? ਇੱਕ ਉਹਦੀ ਕਮਿਊਨੀਕੇਸ਼ਨ ਸਕਿੱਲ ਕਰਕੇ। ਇੱਕ ਕਮਿਊਨੀਕੇਸ਼ਨ ਸਕਿੱਲ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਉਹ ਆਪਣੀ ਜਿਹੜੀ ਮਿੱਠੀ ਬੋਲੀ, ਇੱਕ ਜਿੱਦਾਂ ਆਪਾਂ ਕਹਿ ਦਿੰਦੇ ਪੰਜਾਬੀ ਵਿੱਚ ਮਿੱਠੀ ਬੋਲੀ, ਇੱਕ ਮਿੱਠੀ ਬੋਲੀ ਨਾਲ ਤੁਸੀਂ ਜਿਹੜਾ ਕਸਟਮਰ ਨੂੰ ਜਿਹੜਾ ਅਟਰੈਕਟ ਕਰ ਲਓਗੇ ਆਪਣੇ ਵੱਲ, ਕਿ ਉਹ ਹਮੇਸ਼ਾ ਜਦੋਂ ਵੀ ਆਊਗਾ ਤੁਹਾਡੀ ਚੀਜ਼ ਹੀ ਖਰੀਦੂਗਾ, ਦੂਸਰੇ ਸ਼ਾਪਕੀਪਰ ਕੋਲ ਜਾਣ ਤੋਂ ਪਹਿਲਾਂ, ਕਿਉਂਕਿ ਉਹਨੂੰ ਪਤਾ ਹੈਗਾ ਕਿ ਵੀ ਉਸਨੂੰ ਉਹ ਰਿਸਪੈਕਟ, ਠੀਕ ਹੈ, ਉਹ ਕਮਿਊਨੀਕੇਸ਼ਨ ਤੁਹਾਡੇ ਕੋਲ ਮਿਲ ਜੂਗਾ ਜਿਹੜਾ ਦੂਸਰੇ ਸ਼ਾਪ ਵਾਲੇ ਕੋਲ ਨਹੀਂ ਮਿਲ ਪਾਊਗਾ। ਏਦਾਂ ਅਕਸਰ ਹੀ ਹੁੰਦਾ ਹੈਗਾ ਕਿ ਕਈ ਵਾਰੀ ਤੁਸੀਂ ਦੇਖਿਆ ਸਕਸੈਸ ਪਾਉਣ ਲਈ ਮਿਹਨਤ ਦੋ ਜਣੇ ਹੈਗੇ ਆ ਇਕੱਠੇ ਕਰਦੇ ਆ, ਠੀਕ ਹੈ, ਬਟ ਮਿਹਨਤ ਦਾ ਜਿਹੜਾ ਫਲ ਹੈਗਾ ਕਿਸੇ ਇੱਕ ਨੂੰ ਮਿਲਦਾ। ਉਹ ਕਿਉਂ ਮਿਲਦਾ ਹੈਗਾ? ਕਿਉਂਕਿ ਉਹਦੇ ਕੋਲ ਜਿਹੜੇ ਇੱਕ ਕੈਰੀਅਰ ਦੇ ਪ੍ਰਤੀ ਜਿਹੜਾ ਨੌਲੇਜ ਹੋਣ ਦੇ ਨਾਲ ਨਾਲ ਇੱਕ ਜਿਹੜੀ ਸਕਿੱਲ ਵੀ ਹੈਗਾ, ਜਿਸ ਕਰਕੇ ਜਿਹੜਾ ਉਹ ਇੱਕ ਕਮਿਊਨੀਕੇਸ਼ਨ ਸਕਿੱਲ ਵੀ ਹੈਗਾ, ਜਿਸ ਕਰਕੇ ਉਹ ਆਪਣੇ ਜਿਹੜੇ ਹੈਗਾ ਅੱਗੇ ਆਪਣੇ ਜਿਹੜੀ ਤੁਹਾਡਾ ਬਿਜ਼ਨਸ ਹੈਗਾ ਉਸਨੂੰ ਵਧਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ, ਠੀਕ ਹੈ। ਇਸ ਚੀਜ਼ਾਂ ਨਾਲ ਤੁਸੀਂ ਜਿਹੜਾ ਆਪਣੇ ਜਿਹੜੇ ਜੌਬ ਨੂੰ ਜਾਂ ਫਿਰ ਬਿਜ਼ਨਸ ਨੂੰ ਅੱਗੇ ਆਰਾਮ ਨਾਲ ਵਧਾ ਸਕਦੇ ਹੋ, ਠੀਕ ਹੈ। ਐਟ ਦੀ ਐਂਡ ਆਪਾਂ ਗੱਲ ਕਰਾਂਗੇ ਵੀ ਤੁਸੀਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕੁਝ ਟਿਪਸ ਤੇ ਟ੍ਰਿਕਸ ਸੀਗੇ। ਟਿਪਸ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਉਹ ਟਾਸਕ ਕਰਨਾ ਹੈਗਾ। ਦੂਸਰੇ ਟ੍ਰਿਕਸ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੀ ਤੁਸੀਂ ਆਪਣੇ ਜਿਹੜੇ ਬਿਹੇਵੀਅਰ ਸਕਿੱਲ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ, ਠੀਕ ਹੈ। ਉਹਦੇ ਵਾਸਤੇ ਕੀ ਹੈਗਾ, ਤੁਹਾਨੂੰ ਜਿਹੜੀ ਹੈਗੀ ਹੈ ਨਵੀਂ ਤੋਂ ਨਵੀਂ ਸਕਿੱਲ ਜਿਹੜੀ ਹੈਗੀ ਆ ਉਹ ਖੁਦ ਬ ਖੁਦ ਜਿਹੜੀ ਹੈਗੀ ਆ ਉਹ ਸਿੱਖਣੀ ਪੈਣੀ ਹੈਗੀ ਹੈ। ਬਿਹੇਵੀਅਰ ਸਕਿੱਲ ਮੈਂ ਗੱਲ ਕੀਤੀ ਸੀਗੀ ਕਿ ਤੁਹਾਡੀ ਇੱਕ ਨੈਚੁਰਲ ਸਕਿੱਲ ਹੈਗੀ ਆ ਜੋ ਕਿ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੁੰਦੀ ਹੈ, ਠੀਕ ਹੈ, ਬਟ ਉਹਨੂੰ ਇੱਕ ਇੰਪਰੂਵ ਕਰਨ, ਉਹਨੂੰ ਇੱਕ ਸ਼ਾਈਨਿੰਗ ਦੇਣ ਦੀ ਜਿਹੜੀ ਹੈਗੀ ਲੋੜ ਪੈਂਦੀ ਹੈ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਜਿਹੜੇ ਨਵੇਂ ਸਕਿੱਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ, ਨਵੇਂ ਸਕਿੱਲ ਜਿਹੜੇ ਹੈਗੇ ਉਹ ਤੁਹਾਨੂੰ ਖੁਦ ਬ ਖੁਦ ਜਿਹੜੇ ਆ ਉਹ ਲਰਨ ਕਰਨੇ ਪੈਣੇ, ਚਾਹੇ ਤੁਸੀਂ ਰਿਟਨ 'ਚ ਕਰ ਲਓ, ਠੀਕ ਹੈ, ਚਾਹੇ ਤੁਸੀਂ ਕਿਸੇ ਨਾਲ ਕਮਿਊਨੀਕੇਟ ਕਰਕੇ ਵੀ ਕਰ ਸਕਦੇ ਹੋ, ਠੀਕ ਹੈ। ਇਹ ਜਿਹੜੇ ਸਕਿੱਲ ਹੈਗੇ ਬਿਹੇਵੀਅਰ ਸਕਿੱਲ ਨੂੰ ਵਧਾਉਣ ਵਾਸਤੇ ਤੁਸੀਂ ਜਿਹੜਾ ਹੈਗਾ ਨਵੀਂ ਸਕਿੱਲ ਸਿੱਖੋਗੇ ਖੁਦ ਬ ਖੁਦ, ਠੀਕ ਹੈ, ਚਾਹੇ ਉਹਦੇ 'ਚ ਤੁਹਾਡੀ 10 ਗਲਤੀਆਂ ਹੋ ਜਾਣ, ਬਟ ਤੁਸੀਂ ਜਿਹੜਾ ਉਹਨੂੰ ਇੱਕ ਵਾਰ ਫਿਰ ਜਿਹੜਾ ਟਰਾਈ ਕਰਦੇ ਰਹਿਣਾ, ਠੀਕ ਹੈ। ਇੱਕ ਤੁਹਾਡੇ ਵਿੱਚ ਇੱਕ ਇੱਛਾ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਨੂੰ ਸਿੱਖਣ ਦੀ। ਜਦ ਤੱਕ ਤੁਹਾਡੇ ਕੋਲ ਉਹ ਇੱਛਾ ਨਹੀਂ ਹੋਊਗੀ, ਜਿੱਦਾਂ ਤੁਸੀਂ ਕੋਈ IT ਦੇ ਵਿੱਚ ਕੋਰਸ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਦਾ ਕੋਰਸ ਕਰ ਰਹੇ ਹੋ, ਚਾਹੇ ਤੁਸੀਂ ਜਿਹੜਾ ਹੈਗਾ ਟੈਕਨੀਕਲ ਕਰ ਰਹੇ ਹੋ, ਠੀਕ ਹੈ, ਜਾਂ ਨॉन ਟੈਕਨੀਕਲ ਕਰ ਰਹੇ ਹੋ, ਪਰ ਜਦ ਤੱਕ ਤੁਹਾਡੇ ਕੋਲ ਇੱਛਾ ਨਹੀਂ ਹੋਊਗੀ ਇਸ ਚੀਜ਼ ਨੂੰ, ਕੰਮ ਸਿੱਖਣ ਦੀ, ਤਦ ਤੱਕ ਤੁਸੀਂ ਉਸ ਕੰਮ ਨੂੰ ਸਿੱਖ ਨਹੀਂ ਸਕਦੇ, ਠੀਕ ਹੈ। ਇਹਦੇ ਨਾਲ ਤੁਹਾਡਾ ਜਿਹੜਾ ਇੱਕ ਕੌਨਫੀਡੈਂਸ ਵੀ ਵਧੂਗਾ ਜੇ ਖੁਦ ਬ ਖੁਦ ਤੁਸੀਂ ਟਰਾਈ ਕਰੋਗੇ, ਠੀਕ ਹੈ। ਮੰਨ ਲਓ ਤੁਹਾਡੇ ਕੋਲ ਕੋਈ ਕੁਐਸਚਨ ਪੇਪਰ ਆਉਂਦਾ ਹੈ, ਠੀਕ ਹੈ, ਉਸਨੂੰ ਇੱਕ ਵਾਰੀ ਘਰੇ ਬੈਠ ਕੇ ਖੁਦ ਜਿਹੜਾ ਸੋਲਵ ਕਰਨ ਦੀ ਕੋਸ਼ਿਸ਼ ਕਰੋ ਵਿਦਆਊਟ ਸੀਇੰਗ देयर ਆਨਸਰਸ। ਉਹਦੇ ਆਨਸਰ ਦੇਖਣ ਤੋਂ ਬਗੈਰ ਹੀ ਤੁਸੀਂ ਜਿਹੜਾ ਹੈਗਾ ਇੱਕ ਵਾਰ ਉਹਨੂੰ ਖੁਦ ਸੋਲਵ ਕਰਕੇ ਦੇਖੋ, ਫਿਰ ਉਸਨੂੰ ਟੈਲੀ ਕਰਕੇ ਦੇਖੋ ਕਿ ਵੀ ਕਿੱਥੇ ਤੁਸੀਂ ਜਿਹੜਾ ਤੁਹਾਡਾ ਸਵਾਲ ਗਲਤ ਹੈ ਤੇ ਤੁਹਾਡਾ ਸਵਾਲ ਗਲਤ ਕਿਉਂ ਹੈ। ਇਹਦੇ ਵਿੱਚ ਤੁਹਾਨੂੰ ਕਈ ਜਿਹੜੀ ਨਵੀਂ ਸਕਿੱਲਸ ਹੈਗੀ ਆ ਉਹ ਸਿੱਖਣ ਨੂੰ ਮਿਲੇਗੀ, ਠੀਕ ਹੈ। ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਇੰਗਲਿਸ਼ ਲਿਟਰੇਸੀ। ਹੁਣ ਤੁਸੀਂ ਇੰਗਲਿਸ਼ ਲਿਟਰੇਸੀ ਨੂੰ ਆਪਾਂ ਅੱਗੇ ਕਿੱਦਾਂ ਵਧਾ ਸਕਦੇ ਹੋ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਇੰਗਲਿਸ਼ ਦਾ ਜਿਹੜਾ ਇੰਨਾ ਕੁ ਜ਼ਿਆਦਾ ਮਹੱਤਵ ਹੈਗਾ, ਤੁਸੀਂ ਕਿਸੇ ਵੀ ਕੋਨੇ ਤੇ ਚੱਲ ਜਾਓ ਉੱਥੇ ਵੀ ਤੁਹਾਨੂੰ ਜਿਹੜਾ ਇੱਕ ਇੰਗਲਿਸ਼ ਜਿਹੜੀ ਹੈਗੀ ਆ ਪੜ੍ਹਨੀ ਲਿਖਣੀ ਤੇ ਜਿਹੜਾ ਹੈਗਾ ਬੋਲਣੀ ਆਉਣੀ ਚਾਹੀਦੀ ਹੈ, ਤੇ ਅੰਡਰਸਟੈਂਡ ਜਿਹੜੀ ਹੈ ਉਹ ਵੀ ਹੋਣੀ ਚਾਹੀਦੀ ਹੈ, ਠੀਕ ਹੈ। ਤੁਸੀਂ ਆਪਣੇ ਜਿਹੜੇ ਹੈਗਾ ਇੱਕ ਕਾਪੀ ਪੈਨ ਲਓ, ਠੀਕ ਹੈ, ਉਸਨੂੰ ਜਿਹੜਾ ਹੈਗਾ ਆਪਣੇ ਕੋਈ ਵੀ ਇੰਗਲਿਸ਼ ਦਾ ਕੋਈ ਵੀ ਲੈਸਨ ਲੈ ਲਓ ਜਾਂ ਕੋਈ ਨਿਊਜ਼ ਚੋਂ ਇੱਕ ਟੌਪਿਕ ਲੈ ਲਓ, ਠੀਕ ਹੈ, ਉਸਨੂੰ ਇੱਕ ਵਾਰੀ ਲਿਖ ਕੇ ਦੇਖੋ, ਉਸਨੂੰ ਲਿਖ ਕੇ ਫਿਰ ਉਸਨੂੰ ਜਿਹੜਾ ਹੈਗਾ ਪੜ੍ਹ ਕੇ ਦੇਖੋ ਕਿ ਵੀ ਉਹ ਕੀ ਚੀਜ਼ ਉਹਦਾ ਮਤਲਬ ਬਣਦਾ ਹੈ, ਠੀਕ ਹੈ। ਇਸ ਹੈਬਿਟ ਨੂੰ ਜੇ ਤੁਸੀਂ ਜਿਹੜਾ ਡੇਲੀ ਕਰੋਗੇ, ਠੀਕ ਹੈ, ਤਾਂ ਤੁਸੀਂ ਆਮ ਸ਼ੋਰ ਕਿ ਤੁਹਾਨੂੰ ਜਿਹੜਾ ਇੰਗਲਿਸ਼ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਪਹਿਲਾਂ ਤੁਸੀਂ ਦੇਖਿਆ ਸੀਗਾ ਕਿ ਵੀ ਇੰਗਲਿਸ਼ ਮੂਵੀਜ਼ ਚੱਲਦੀ ਸੀ ਤੇ ਉਹਦੇ ਨੀਚੇ ਕੁਝ ਸਬਟਾਈਟਲਸ ਆਉਂਦੇ ਸੀਗੇ, ਠੀਕ ਹੈ। ਇਹ ਇੱਕ ਬਹੁਤ ਹੀ ਵਧੀਆ ਤਰੀਕਾ ਹੈਗਾ, ਕਿਸੇ ਮੂਵੀ ਨੂੰ ਤੁਸੀਂ ਦੇਖ ਕੇ ਉਹਦੇ ਜਿਹੜੇ ਸਬਟਾਈਟਲ ਦੇਖ ਕੇ ਸਮਝ ਸਕਦੇ ਹੋ ਕਿ ਵੀ ਅਗਲਾ ਪਰਸਨ ਜਿਹੜਾ ਹੈ ਬੋਲ ਰਿਹਾ ਹੈਗਾ ਉਹ ਕੀ ਕਹਿਣਾ ਚਾਹੁੰਦਾ ਹੈ,
ਵਿਦ ਦੀ ਐਕਸਪ੍ਰੈਸ਼ਨ ਦੇ ਨਾਲ ਤੇ ਨਾਲ ਉਹਦੇ ਜਿਹੜੇ ਹੈਗੇ ਵਰਡਸ ਦੇ ਨਾਲ ਵੀ ਉਹ ਕੀ ਬੋਲ ਰਿਹਾ ਹੈ। ਇਹ ਵੀ ਬਹੁਤ ਇੱਕ ਵਧੀਆ ਤਰੀਕਾ ਹੈਗਾ। ਇਹਦੇ ਨਾਲ ਕਿ ਤੁਸੀਂ ਇੱਕ ਤਾਂ ਐਂਟਰਟੇਨ ਵੀ ਹੁੰਦੇ ਰਹੋਗੇ ਜੋ ਤੁਸੀਂ ਮੂਵੀ ਦੇਖ ਰਹੇ ਹੋ, ਠੀਕ ਹੈ। ਸਟੋਰੀਜ਼ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਕਿ ਵੀ ਇਸ ਮੂਵੀ ਦੀ ਕੀ ਸਟੋਰੀ ਹੈਗੀ ਹੈ, ਬਟ ਜਿਹੜੀ ਉਹਦੀ ਲੈਂਗੁਏਜ ਹੈਗੀ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ, ਠੀਕ ਹੈ। ਇੱਕ ਬੈਸਟ ਆਈਡੀਆ ਹੈਗਾ, ਤੁਸੀਂ ਇੱਕ ਮੂਵੀਜ਼ ਦੇਖੋ ਇੰਗਲਿਸ਼ ਦੀ ਜਿਹਦੇ ਅੰਦਰ ਨੀਚੇ ਜਿਹੜਾ ਸਬਟਾਈਟਲਸ ਹੋਣਗੇ ਉਸ ਨੂੰ ਨਾਲ ਦੇ ਨਾਲ ਰੀਡ ਕਰਦੇ ਰਹੋ, ਠੀਕ ਹੈ। ਜਿੱਥੇ ਜੋ ਵੀ ਵਰਡਸ ਤੁਹਾਨੂੰ ਜੇ ਨਾ ਸਮਝ ਲੱਗਿਆ ਉਹਨੂੰ ਇੱਕ ਕਾਪੀ ਪੈਨਸਲ ਲਓ ਤੇ ਉਹਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਕਿ ਇਹਦਾ ਕੀ ਮਤਲਬ ਹੋ ਸਕਦਾ ਹੈ। ਆਮ ਸ਼ੋਰ ਕਿ ਪ੍ਰੈਕਟਿਸ ਜੇ ਤੁਸੀਂ ਕਰੋਗੇ ਡੇਲੀ ਦਾ 1 ਘੰਟਾ, ਠੀਕ ਹੈ, 2 ਘੰਟਾ, ਤਾਂ ਮੈਨੂੰ ਲੱਗਦਾ ਨਹੀਂ ਕਿ ਵੀ ਤੁਹਾਨੂੰ ਇੰਗਲਿਸ਼ ਨਾ ਆਵੇ। ਇੰਗਲਿਸ਼ ਜਿਹੜੀ ਹੈਗੀ ਆ ਸਿੱਖਣੀ ਔਖੀ ਨਹੀਂ ਹੈ, ਬਟ ਤੁਸੀਂ ਇੱਕ ਜਿਹੜਾ ਇੱਛੁਕ ਹੋਣੇ ਚਾਹੀਦੇ ਹੈ, ਈਗਰਨੈਸ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ ਉਸ ਇੰਗਲਿਸ਼ ਨੂੰ ਸਿੱਖਣ ਵਾਸਤੇ, ਠੀਕ ਹੈ। ਕਹਿੰਦੇ ਨੇ ਨਾ ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਇਹ ਇੱਕ ਬੈਸਟ ਐਗਜ਼ਾਮਪਲ ਹੈਗਾ ਕਿ ਜਿੰਨਾ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਨੂੰ ਜਿਹੜਾ ਸਕਸੈਸ ਮਿਲੇਗਾ। ਤੇ ਆਮ ਸ਼ੋਰ ਕਿ ਤੁਸੀਂ ਜਿਹੜਾ ਹੈਗਾ ਇੰਗਲਿਸ਼ ਦੇ ਲੈਂਗੁਏਜ ਦੇ ਵਿੱਚ ਜਿਹੜੇ ਆ ਉਹ ਮਾਸਟਰ ਵੀ ਬਣ ਸਕਦੇ, ਠੀਕ ਹੈ। ਅਗਲੀ ਆਪਾਂ ਟ੍ਰਿਕਸ ਦੀ ਗੱਲ ਕਰਾਂਗੇ ਤਾਂ ਕਮਿਊਨੀਕੇਸ਼ਨ ਸਕਿੱਲ। ਹੁਣ ਕਮਿਊਨੀਕੇਸ਼ਨ ਸਕਿੱਲ ਨੂੰ ਤੁਸੀਂ ਕਿੱਦਾਂ ਅੱਗੇ ਜਿਹੜਾ ਹੈਗਾ ਉਹ ਸਿੱਖ ਸਕਦੇ ਹੋ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਸੋਸ਼ਲ ਸਰਕਲ ਹੈਗਾ ਉਹ ਵਧਾਉਣਾ ਹੈਗਾ, ਠੀਕ ਹੈ। ਸੋਸ਼ਲ ਸਰਕਲ ਮਤਲਬ ਕਿ ਤੁਸੀਂ ਇੱਕ ਗਰੁੱਪ ਜਿਹੜਾ ਜਿੱਦਾਂ ਹੁਣ ਅੱਜ ਕੱਲ੍ਹ WhatsApp ਚੱਲ ਗਿਆ ਹੈਗਾ, ਠੀਕ ਹੈ। WhatsApp ਦੇ ਵਿੱਚ ਤੁਸੀਂ ਆਪਣਾ ਇੱਕ ਗਰੁੱਪ ਬਣਾ ਲਓ, ਸਿਰਫ ਉਹਦੇ 'ਚ ਤੁਸੀਂ ਜਿਹੜੇ ਹੈਗੇ ਆ ਕੁਝ ਟੈਕਨੀਕਲ ਗੱਲਾਂ, ਠੀਕ ਹੈ, ਉਹੀ ਸ਼ੇਅਰ ਕਰਨੀਆਂ। ਉਹਦੇ ਵਿੱਚ ਟੈਕਨੀਕਲ ਗੱਲਾਂ ਹੋ ਗਈਆਂ ਉਹ ਸ਼ੇਅਰ ਕਰੋ ਤੁਸੀਂ, ਤੇ ਕੁਝ ਜਿਹੜੇ ਹੈ ਇੰਗਲਿਸ਼ ਦੇ ਵਰਡ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈ ਯੂਜ਼ ਕਰੋ ਜਿਹਦੇ ਨਾਲ ਕਿ ਤੁਸੀਂ ਕਮਿਊਨੀਕੇਟ ਇੱਕ ਦੂਜੇ ਨਾਲ ਪ੍ਰੋਪਰ ਵੇ ਦੇ ਨਾਲ ਕਰ ਸਕੋ। ਇਹਦੇ ਵਿੱਚ ਕੀ ਹੈ, ਜਿੰਨਾ ਤੁਸੀਂ ਗੱਲਬਾਤ ਕਰੋਗੇ ਉਨੀ ਹੀ ਤੁਹਾਡੀ ਜਿਹੜੀ ਝਿਜਕਨੈਸ, ਜਿਹੜੀ ਤੁਹਾਡੀ ਜਿਹੜੀ ਸ਼ਾਈ ਤੁਸੀਂ ਹੈਗੇ ਹੋ, ਠੀਕ ਹੈ, ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਤੁਹਾਡੀ ਬਾਹਰ ਨਿਕਲ ਜੂਗੀ। ਤਾਂ ਤੁਸੀਂ ਜਿਹੜੇ ਉਸ ਤੋਂ ਬਾਅਦ ਕਿਸੇ ਵੀ ਪਰਸਨ ਦੇ ਜਿਹੜੇ ਹੈਗੇ ਆ ਉਸਦੀ ਮੈਂਟੈਲਿਟੀ ਨੂੰ ਜਿਹੜਾ ਹੈ ਉਹ ਚੈੱਕ ਕਰ ਸਕਦੇ ਹੋ ਤੇ ਆਪਣੀ ਜਿਹੜੀ ਹੈਗੀ ਆ ਵਿਊ ਨੂੰ ਵੀ ਆਪਾਂ ਅੱਗੇ ਰੱਖ ਸਕਦੇ ਹਾਂ, ਠੀਕ ਹੈ। ਕੁਝ ਕਈ ਵਾਰੀ ਕੁਝ ਇਹੋ ਜਿਹੇ ਪਰਸਨ ਨਾਲ ਤੁਸੀਂ ਗੱਲ ਕਰੋ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਕਦੀ ਗੱਲ ਨਾ ਕੀਤੀ ਹੋਵੇ, ਬਟ ਉਹਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹ ਤੁਸੀਂ ਕੁਝ ਜਿਹੜਾ ਹੈ ਇੰਗਲਿਸ਼ ਵੇ ਦੇ ਵਿੱਚ ਕਰਨੀ ਹੈ, ਜਿਹਦੇ ਨਾਲ ਕੀ ਹੈਗਾ ਵੀ ਤੁਹਾਨੂੰ ਜਿਹੜਾ ਡਰ ਨਾ ਲੱਗੇ ਉਹਦੇ ਨਾਲ ਗੱਲ ਕਰਨ ਵਾਸਤੇ। ਤੇ ਆਪਣੇ ਤੁਸੀਂ ਜਿਹੜੇ ਵਿਊਜ਼ ਹੈਗੇ ਆ ਬਾਈ ਰਿਟਨ ਔਰ ਬਾਈ ਵਰਬਲੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਕਰ ਸਕਦੇ ਹੋ, ਠੀਕ ਹੈ। ਇਹਦੇ ਨਾਲ ਤੁਸੀਂ ਆਪਣੇ ਜਿਹੜੇ ਹੈਗੇ ਆ ਐਕਸਪ੍ਰੈਸ਼ਨ ਨੂੰ ਜਿਹੜਾ ਅੱਗੇ ਆਪਾਂ ਐਕਸਪੈਂਡ ਕਰ ਸਕਦੇ ਹਾਂ ਕਿਸੇ ਵੀ ਇਨਸਾਨ ਦੇ ਨਾਲ, ਠੀਕ ਹੈ। ਇਹਦੇ ਨਾਲ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧੂਗੀ। ਜਿੱਦਾਂ ਕਿ ਤੁਸੀਂ ਘਰ ਦੇ ਵਿੱਚ ਹੋ, ਅੱਜ ਕੱਲ੍ਹ ਲੋਕਡਾਊਨ ਦੇ ਕਰਕੇ ਤੁਸੀਂ ਘਰ ਚੋਂ ਇੱਕ ਗਰੁੱਪ ਬਣਾ ਲਓ ਜਿਹਦੇ ਵਿੱਚ ਲਿਖ ਦਿਓ ਤੁਸੀਂ ਵੀ ਇਹ ਟੈਕਨੀਕਲ ਗਰੁੱਪ ਹੈਗਾ, ਇਹਦੇ 'ਚ ਸਾਰੀ ਟੈਕਨੀਕਲ ਤੁਸੀਂ ਗੱਲਾਂ ਬਾਤਾਂ ਕਰਨੀਆਂ ਇੰਗਲਿਸ਼ ਦੇ ਵਿੱਚ, ਠੀਕ ਹੈ। ਸੋ ਉੱਦਾਂ ਹੀ ਤੁਸੀਂ ਘਰ ਵੀ ਤੁਹਾਡਾ ਕੋਈ ਬ੍ਰਦਰ ਵੱਡਾ ਹੈਗਾ, ਸਿਸਟਰ ਵੱਡੀ ਹੈਗੀ ਆ, ਕੋਈ ਵੀ ਤੁਹਾਡਾ ਬ੍ਰਦਰ ਸਿਸਟਰ ਹੈਗਾ ਘਰੇ, ਠੀਕ ਹੈ, ਮਮ ਡੈਡ ਹੈਗੇ ਆ, ਜੇ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਆ ਤਾਂ ਕੋਈ ਗੱਲ ਨਹੀਂ, ਠੀਕ ਹੈ। ਜੇ ਉਹਦਾ ਬ੍ਰਦਰ ਸਿਸਟਰ ਹੈਗੇ ਤੁਹਾਡੇ, ਠੀਕ ਹੈ, ਉਹਨਾਂ ਨਾਲ ਤੁਸੀਂ ਜਿਹੜੀ ਕਮਿਊਨੀਕੇਸ਼ਨ ਜਿਹੜੀ ਕਰ ਸਕਦੇ ਹੋ। ਵਿੱਚ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਹੀ ਇੰਗਲਿਸ਼ ਦੇ ਨਾਲ ਕਮਿਊਨੀਕੇਟ ਕਰਨਾ, ਵਿੱਚ ਥੋੜੀ ਪੰਜਾਬੀ ਥੋੜੀ ਆਪਣੀ ਜਿਹੜੀ ਇੰਗਲਿਸ਼ ਨੂੰ ਮਿਕਸ ਕਰਕੇ ਆਪਾਂ ਜਿਹੜੀ ਗੱਲਬਾਤ ਨੂੰ ਅੱਗੇ ਆਪਣੇ ਐਕਸਪ੍ਰੈਸ਼ਨ ਨੂੰ ਬਿਆਨ ਕਰ ਸਕਦੇ ਹਾਂ। ਜੇ ਤੁਹਾਡੀ ਕਿਤੇ ਗਲਤੀ ਵੀ ਹੋ ਜਾਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ, ਜੇ ਗਲਤੀ ਹੋਵੇਗੀ ਤਾਂ ਉਹ ਘਰ ਦੇ ਵਿੱਚ ਹੀ ਹੋਊਗੀ, ਬਾਹਰ ਨਹੀਂ ਹੋਊਗੀ, ਠੀਕ ਹੈ। ਇਹਦੇ ਨਾਲ ਤੁਹਾਡਾ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਆਪਾਂ ਪੰਜਾਬੀ ਵਿੱਚ ਝਾਕਾ ਖੁੱਲ ਜੂਗਾ, ਠੀਕ ਹੈ। ਉਹਦੇ ਨਾਲ ਤੁਸੀਂ ਜਿਹੜਾ ਕਿਸੇ ਨਾਲ ਵੀ ਜਿਹੜਾ ਗੱਲਬਾਤ ਕਰ ਸਕਦੇ ਹੋ। ਤੇ ਜ਼ਿਆਦਾਤਰ ਜਿਹੜੇ ਆਪਣੇ ਟੀਚਰ ਪੇਰੈਂਟਸ ਤੋਂ ਬਾਅਦ ਤੁਸੀਂ ਤੁਹਾਨੂੰ ਪਤਾ ਤੁਹਾਡੇ ਟੀਚਰਸ ਹੀ ਹੁੰਦੇ ਆ ਜਿਹੜੇ ਤੁਹਾਨੂੰ ਜਿਹੜਾ ਅੱਗੇ ਲਿਜਾਣ ਦੇ ਵਿੱਚ ਬਹੁਤ ਹੈਲਪਫੁਲ ਹੁੰਦੇ ਆ, ਠੀਕ ਹੈ। ਵੱਧ ਤੋਂ ਵੱਧ ਕਮਿਊਨੀਕੇਟ ਤੁਸੀਂ ਆਪਣੇ ਟੀਚਰ ਨਾਲ ਕਰੋ, ਟੀਚਰ ਦੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰਨਾ ਮਤਲਬ ਇੱਕ ਹੈਬਿਟ ਬਣਾਓ, ਠੀਕ ਹੈ। ਕੋਈ ਵੀ ਸਵਾਲ ਦਾ ਜਵਾਬ ਪੁੱਛਣਾ ਹੈ ਤਾਂ ਇੰਗਲਿਸ਼ ਦੇ ਵਿੱਚ ਹੀ ਆਪਣੇ ਜਿਹੜੇ ਟੀਚਰ ਦੇ ਨਾਲ ਤੁਸੀਂ ਗੱਲਬਾਤ ਕਰੋ, ਜਿਹਦੇ ਨਾਲ ਤੁਸੀਂ ਜਿਹੜਾ ਇੱਕ ਵੱਡੀ ਸਕਸੈਸ ਪਾ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ IT ਲਿਟਰੇਸੀ। IT ਲਿਟਰੇਸੀ ਸਿੱਖਣ ਵਾਸਤੇ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਠੀਕ ਹੈ ਤੁਸੀਂ ਹੁਣ ਦੇਖ ਰਹੇ ਹੋ ਕਿ ਵੀ ਆਪਣੇ ਮੋਬਾਈਲ ਦੇ ਵਿੱਚ ਕੁਝ ਇਹੋ ਜਿਹੀਆਂ ਐਪਸ ਨਵੀਆਂ ਆ ਚੁੱਕੀਆਂ ਨੇ, ਠੀਕ ਹੈ, ਜਿਹਨੂੰ ਤੁਸੀਂ ਜਿਹੜਾ ਹੈ ਡਾਊਨਲੋਡ ਕਰਕੇ ਉਹਦੇ ਵਿੱਚ ਉਸਨੂੰ ਪੜ੍ਹੋ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈਗਾ
ਅੱਗੇ ਵੱਧ ਸਕਦੇ ਹੋ। ਠੀਕ ਹੈ, ਉਸ ਨੂੰ ਵੱਧ ਤੋਂ ਵੱਧ ਜਿਹੜਾ ਲਿਖਣਾ ਸਿੱਖੋ, ਕਰਨਾ ਸਿੱਖੋ, ਕਿੱਦਾਂ ਤੁਸੀਂ ਉਹਨੂੰ ਜਿਹੜਾ ਹੈਗਾ ਟੈਕਨੋਲੋਜੀ ਨੂੰ ਜਿਹੜਾ ਹੈਗਾ ਸਿੱਖ ਸਕਦੇ ਹੋ। ਠੀਕ ਹੈ, ਕਿਉਂਕਿ ਹਰ ਦਿਨ ਹਰ ਮਤਲਬ ਦਿਨ ਜਿਹੜਾ ਹੈਗਾ ਆਪਣੇ ਕੋਲ ਨਵੀਂ ਟੈਕਨੋਲੋਜੀ, ਚਾਹੇ ਉਹ ਕੰਪਿਊਟਰ ਹੈ, ਚਾਹੇ ਉਹ ਤੁਹਾਡਾ ਲੈਪਟਾਪ ਹੈਗਾ, ਚਾਹੇ ਉਹ ਤੁਹਾਡਾ ਮੋਬਾਈਲ ਹੈਗਾ। ਠੀਕ ਹੈ, ਇਸ 'ਚ ਕਈ ਜਿਹੜੀ ਲੇਟੈਸਟ ਟੈਕਨੋਲੋਜੀਜ਼ ਆਉਂਦੀ ਰਹਿੰਦੀ ਹੈ, ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਅਪਡੇਟ ਕਰਕੇ ਕੰਮ ਸਿੱਖ ਸਕਦੇ ਹੋ। ਠੀਕ ਹੈ, ਉੱਦਾਂ ਹੀ ਜਿੱਦਾਂ ਤੁਸੀਂ ਲਾ ਲਓ ਇੱਕ ਤੁਸੀਂ ਜਿਹੜਾ ਰਿਜ਼ਿਊਮ ਕ੍ਰੀਏਟ ਕਰਨਾ ਹੈ। ਠੀਕ ਹੈ, ਮੰਨ ਲਓ ਮੈਂ ਤੁਹਾਨੂੰ ਇੱਕ ਟਾਸਕ ਦਿੰਦਾ, ਤੁਸੀਂ ਇੱਕ ਰਿਜ਼ਿਊਮ ਅੱਜੇ ਹੀ ਇਸ ਕਲਾਸ ਤੋਂ ਬਾਅਦ ਜਿਹੜਾ ਇੱਕ ਰਿਜ਼ਿਊਮ ਟਾਈਪ ਕਰਨਾ ਹੈ। ਠੀਕ ਹੈ, ਆਪਣਾ ਕੰਪਿਊਟਰ ਲਵੋ, ਆਪਣਾ ਲੈਪਟਾਪ ਲਵੋ। ਠੀਕ ਹੈ, ਉਹਦੇ ਉੱਤੇ ਆਪਣਾ ਜਿਹੜਾ ਐਕਸਲ ਸ਼ੀਟ ਹੋ ਗਈ ਜਾਂ ਪਾਵਰ ਪੁਆਇੰਟ ਹੋ ਗਿਆ। ਠੀਕ ਹੈ, ਉਹਦੇ ਤੇ ਜਿਹੜਾ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਵੀ ਇਹ ਐਪਲੀਕੇਸ਼ਨ ਅਵੇਲੇਬਲ ਹੋ ਚੁੱਕੀਆਂ ਨੇ। ਠੀਕ ਹੈ, ਤੁਸੀਂ ਉਸ ਚੀਜ਼ ਨੂੰ ਜਿਹੜਾ ਇੱਕ ਵਾਰੀ ਦੇਖੋ, ਸਮਝੋ ਵੀ ਤੁਸੀਂ ਉਸ ਰਿਜ਼ਿਊਮ ਨੂੰ ਕਿੱਦਾਂ ਬਣਾ ਸਕਦੇ ਹੋ। ਠੀਕ ਹੈ, ਇਸ ਨੂੰ ਜਿਹੜੀ ਹੈ ਕਲਾਸ ਤੋਂ ਬਾਅਦ ਵੀ ਤੁਸੀਂ ਟਰਾਈ ਜ਼ਰੂਰ ਕਰਿਓ। ਆਈ ਐਮ ਸ਼ੋਰ ਕਿ 100 ਤੋਂ ਜਿਹੜਾ 60% ਜਿਹੜਾ ਆਪਣਾ ਇੱਕ ਵਧੀਆ ਪ੍ਰੋਫਾਈਲ ਜਿਹੜਾ ਉਹ ਤਿਆਰ ਕਰ ਸਕਦਾ, ਜਿਸ ਰਿਜ਼ਿਊਮ ਦੇ ਵਿੱਚ ਤੁਸੀਂ ਆਪਣੇ ਬਾਰੇ ਸਭ ਕੁਝ ਡਿਟੇਲ ਦੇਣੀ ਹੈਗੀ ਆ ਕਿ ਤੁਸੀਂ ਕੀ ਕਰਦੇ ਹੋ, ਤੁਹਾਡਾ ਨਾਮ ਕੀ ਹੈਗਾ, ਐਡਰੈਸ ਵਗੈਰਾ। ਠੀਕ ਹੈ, ਜਿੱਦਾਂ ਤੁਸੀਂ ਰਿਜ਼ਿਊਮ ਦੇਖਿਆ ਹੋਣਾ ਕਿ ਜੇ ਤੁਸੀਂ ਕੋਈ ਹੈਲਪ ਲੈਣਾ ਚਾਹੁੰਦੇ ਹੋ ਰਿਜ਼ਿਊਮ ਦੀ, ਤਾਂ ਤੁਸੀਂ ਕੰਪਿਊਟਰ ਦੇ ਵਿੱਚ ਹੀ ਇੰਟਰਨੈਟ ਰਾਹੀਂ ਕਾਫੀ ਰਿਜ਼ਿਊਮ ਜਿਹੜੇ ਹੈਗੇ ਆ ਨੈਟ ਤੇ ਪਏ ਹੁੰਦੇ ਆ, ਉਹਨਾਂ ਨੂੰ ਤੁਸੀਂ ਫੋਲੋ ਕਰਕੇ ਵੀ ਆਪਣਾ ਰਿਜ਼ਿਊਮ ਤਿਆਰ ਕਰ ਸਕਦੇ ਹੋ। ਤੇ ਤੁਸੀਂ ਉਸ ਰਿਜ਼ਿਊਮ ਨੂੰ ਜਦੋਂ ਕ੍ਰੀਏਟ ਕਰ ਲਓਗੇ ਆਪਣੇ ਵੇ ਦੇ ਨਾਲ, ਖੁਦ ਬ ਖੁਦ ਤੁਸੀਂ ਜਿਹੜਾ ਉਸਨੂੰ ਤਿਆਰ ਕਰੋਗੇ, ਤਾਂ ਤੁਸੀਂ ਜਿਹੜਾ ਹੈਗਾ ਇੱਕ ਜੌਬ ਨੂੰ ਜਿਹੜਾ ਹੈਗਾ ਇੱਕ ਨਿਊ ਜੌਬ ਨੂੰ ਜਿਹੜਾ ਉਹ ਪਾ ਸਕਦੇ ਹੋ। ਠੀਕ ਹੈ, ਤੁਸੀਂ ਇਸ ਰਿਜ਼ਿਊਮ ਨੂੰ ਕਿਸੇ ਵੀ ਅੱਜ ਕੱਲ੍ਹ ਆਨਲਾਈਨ ਮੇਲ ਰਾਹੀਂ ਜਿਹੜਾ ਹੈ ਕਾਫੀ ਕੰਪਨੀਆਂ ਹੁੰਦੀਆਂ ਨੇ ਜਿਹੜੇ ਕਿ ਤੁਹਾਡੇ ਵਰਗੇ ਸਕਿੱਲ ਜਿਹੜੇ ਪਰਸਨਸ ਹੈਗੇ ਆ ਉਹਨਾਂ ਨੂੰ ਜਿਹੜਾ ਹਾਇਰ ਕਰਨ ਨੂੰ ਜਿਹੜੀ ਹੈਗੇ ਆ ਉਹ ਵੈਕੈਂਸੀਆਂ ਕੱਢਦੀਆਂ ਨੇ। ਤੁਸੀਂ ਆਪਣਾ ਰਿਜ਼ਿਊਮ ਤਿਆਰ ਕਰੋ, ਉਸ ਸਾਈਟ ਦੇ ਉੱਤੇ ਉਹਨਾਂ ਦੀ ਸਾਈਟ ਦੇ ਉੱਤੇ ਉਹਨਾਂ ਨੇ ਮੇਲ ਆਈਡੀ ਦਿੱਤੀ ਹੁੰਦੀ ਆ, ਉਸ ਸਾਈਟ ਤੇ ਜਾ ਕੇ ਆਪਣੀ ਜਿਹੜੀ ਆ ਮੇਲ ਆਈਡੀ ਸੈਂਡ ਕਰ ਦਿਓ। ਆਈ ਐਮ ਸ਼ੋਰ ਕਿ ਤੁਹਾਨੂੰ ਜਿਹੜਾ 10 ਵਿੱਚੋਂ ਜਿਹੜਾ 2 ਕੰਪਨੀਆਂ ਦਾ ਤੁਹਾਡੇ ਰਿਜ਼ਿਊਮ ਨੂੰ ਦੇਖ ਕੇ ਹੀ ਤੁਹਾਨੂੰ ਜਿਹੜਾ ਆਪਣੇ ਕੋਲ ਇੰਟਰਵਿਊ ਵਾਸਤੇ ਬੁਲਾ ਸਕਦੀ ਹੈ। ਠੀਕ ਹੈ, ਇਹ ਇੱਕ ਬੈਸਟ ਮੈਥਡ ਹੈਗਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ। ਠੀਕ ਹੈ, ਵਿਦ ਦੀ ਹੈਲਪ ਆਫ ਕਮਿਊਨੀਕੇਸ਼ਨ ਸਕਿੱਲ, ਬਿਹੇਵੀਅਰ ਸਕਿੱਲ, ਆਈਟੀ ਲਿਟਰੇਸੀ। ਠੀਕ ਹੈ, ਕੈਰੀਅਰ ਨੂੰ ਅੱਗੇ ਵਧਾਉਣ ਲਈ। ਠੀਕ ਹੈ, ਸੋ ਲਾਸਟ ਵਿੱਚ ਮੈਂ ਗੱਲ ਕਰਾਂਗਾ ਕਿ ਮੈਂ ਤੁਹਾਨੂੰ ਇੱਕ ਟਾਸਕ ਦਿੱਤਾ ਸੀਗਾ 5 ਮਿੰਟ ਦਾ। ਠੀਕ ਹੈ, 5 ਤੋਂ 7 ਮਿੰਟ ਦਾ। ਉਸ ਚੀਜ਼ ਨੂੰ ਯਾਦ ਰੱਖਿਓ, ਉਸ ਚੀਜ਼ ਨੂੰ ਪਰਫਾਰਮ ਕਰਿਓ ਕਿ ਤੁਸੀਂ ਜਿਹੜੇ ਆਪਣੇ ਆਈਡੈਂਟੀਫਾਈ ਨੂੰ, ਆਪਣੇ ਜਿਹੜੇ ਗੁੱਡ ਸਕਿੱਲ ਨੂੰ ਆਈਡੈਂਟੀਫਾਈ ਕਰ ਸਕਦੇ ਹੋ, ਤੇ ਆਪਣੇ ਜਿਹੜੇ ਸਕਿੱਲਸ ਦੀ ਜਿਹਦੇ ਤੁਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ, ਇਸ ਚੀਜ਼ ਨੂੰ ਜਿਹੜਾ ਹੈਗਾ ਜ਼ਰੂਰ ਨੋਟ ਕਰਕੇ ਜਿਹੜਾ ਰੱਖਿਓ। ਆਪਣੇ ਟੀਚਰ ਨੂੰ ਜ਼ਰੂਰ ਦਿਖਾਇਓ ਕਿ ਸਰ ਮੇਰੇ 'ਚ ਆਹ ਗੁੱਡ ਸਕਿੱਲਸ ਹੈਗੀਆਂ, ਜਾਂ ਆਪਣੇ ਪੇਰੈਂਟਸ ਨੂੰ ਦਿਖਾਇਓ ਕਿ ਆਹ ਮੇਰੇ 'ਚ ਗੁੱਡ ਸਕਿੱਲਸ ਹੈਗੀਆਂ, ਤੇ ਜਿਸ 'ਚ ਤੁਸੀਂ ਇੰਪਰੂਵਮੈਂਟ ਕਰਨੀ ਹੈ ਉਹ ਸਕਿੱਲਸ ਜਿਹੜੇ ਹੈਗੇ ਆ ਤੁਸੀਂ ਜਿਹੜਾ ਰਾਈਟ ਡਾਊਨ ਕਰਕੇ ਚਾਹੇ ਆਪਣੇ ਟੀਚਰ ਜਾਂ ਪੇਰੈਂਟਸ ਨੂੰ ਦਿਖਾ ਸਕਦੇ ਹੋ। ਠੀਕ ਹੈ, ਇਹੀ ਆਪਣਾ ਜਿਹੜਾ ਹੈਗਾ ਅੱਜ ਦੀ ਕਲਾਸ ਦਾ ਮਕਸਦ ਸੀਗਾ ਇੰਪਲੋਇਬਿਲਿਟੀ ਸਕਿੱਲ ਦਾ। ਆਈ ਐਮ ਸ਼ੋਰ ਕਿ ਸਾਰਿਆਂ ਨੂੰ ਜਿਹੜਾ ਹੈਗਾ ਇਸ ਬਾਰੇ ਕੁਛ ਨਾ ਕੁਛ ਜਿਹੜਾ ਸਮਝ ਲੱਗੀ ਹੋਵੇਗੀ। ਠੀਕ ਹੈ, ਸੋ ਅੱਜ ਦੀ ਕਲਾਸ ਜਿਹੜੀ ਹੈ ਇੱਥੇ ਹੀ ਮੈਂ ਜਿਹੜੀ ਓਵਰ ਕਰਦਾ। ਠੀਕ ਹੈ, ਕਿਸੇ ਦਾ ਕੋਈ ਸਵਾਲ ਹੋਵੇ ਤਾਂ ਮਾਈਕ ਔਨ ਕਰਕੇ ਪਲੀਜ਼ ਮੈਨੂੰ ਪੁੱਛ ਸਕਦਾ ਹੈ। ਕੋਈ ਵੀ ਕਿਸੇ ਤਰੀਕੇ ਦੀ ਵੀ ਤੁਹਾਨੂੰ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਤੁਹਾਨੂੰ 1 ਮਿੰਟ ਦਾ ਟਾਈਮ ਦਿੰਦਾ। ਕੋਈ ਵੀ ਸਵਾਲ ਕਿਸੇ ਦਾ ਹੋਵੇ ਤਾਂ ਮੈਨੂੰ ਪੁੱਛ ਸਕਦਾ।